ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ। ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ। ਵਿਗਨਨ ਕੇ ਨਾਸ਼। ਸ਼੍ਰੀ ਹਰਿਗੋਬਿੰਦ ਸੁਭ ਸੁਮਤਿ ਪਰਗਾਸ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ। ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ। ਬੰਦੋਂ ਕਰ ਅਨਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ੰਕ ਮਾਨ ਮਨ ਹਵੈ ਕਰ ਸਗਰੇ। ਮਿਲ ਕਰ ਜੋਰ ਕਰੀ ਅਰਦਾਸ। ਸ੍ਰੀ ਸਤਿਗੁਰ ਇਸ ਬਿਰਦਾ ਟਿਕ ਤੇ ਲੈ ਆਰ ਨੇ ਮੁਖ ਗ੍ਰਾਸ। ਜਲ ਸੋ ਹਾਥ ਨ ਕਰੇ ਪਖਾਰਨ। ਕਰੀ ਨ ਚੁਰੀ ਨੀਰ ਨ ਪਾਸ। ਚੜੇ ਤੁਰੰਗ ਪਰ ਕੀਨਸ ਅਵ ਅਚਮਨ। ਇਹ ਕਿਆ ਕਾਰਨ ਕਰੋ ਪ੍ਰਕਾਸ਼। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ ਪਤਿਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਵਿਖੇ ਹੋਈ ਹੈ। ਗੁਰੂ ਕੇ ਚਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਉਪਰੰਤ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ ਔਰ ਫਿਰ ਰਹਿਰਾਸ ਸਾਹਿਬ ਜੀ ਦੇ ਜਾਪ ਨਿੱਤ ਦੀ ਮਰਿਆਦਾ ਦੇ ਅਨੁਸਾਰ ਗੁਰੂ ਕੇ ਚਰਨਾਂ ਦੇ ਵਿੱਚ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਭਾਵਨਾ ਇਕਾਗਰਤਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ, ਲਾਹਾ ਪ੍ਰਾਪਤ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ। ਬੇਅੰਤ ਸੰਗਤ ਗੁਰੂ ਘਰ ਦੀ ਯਾਤਰਾ ਸਤ ਸੰਗਤ ਸੇਵਾ ਕਰ ਰਹੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ, ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਲੜੀਵਾਰ ਜੋ ਕਥਾ ਵਿਚਾਰ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਜੀਵਨ ਆਪਾਂ ਸਰਵਣ ਕਰ ਰਹੇ ਸੀ। ਇਸ ਇਤਿਹਾਸ ਦੀ ਲੜੀ ਦੇ ਨਾਲ, ਪ੍ਰਕਰਣ ਦੇ ਨਾਲ ਜੁੜੀਏ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਬਚਨ ਸਰਵਣ ਕੀਤਾ ਕਿ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਬਿਰਾਜਮਾਨ ਹਨ। ਨੇੜੇ ਹੀ ਇੱਕ ਬਿਰਧ ਮਾਤਾ ਹੈ ਜਿਨੇ ਦੇਖਿਆ ਹੈ ਕਿ ਬੜੇ ਭਾਵਨਾ ਵਾਲੇ ਗੁਰੂ ਕੇ ਸਿੱਖ ਸਤਵੇਂ ਪਾਤਸ਼ਾਹ ਜੀ ਨੂੰ ਕੋਈ ਘਰ ਦੇ ਵਿੱਚ ਸੱਦਦਾ ਹੈ, ਕੋਈ ਜਾ ਕਰਕੇ ਕੀਮਤੀ ਭੇਟਾਵਾਂ ਗੁਰੂ ਕੇ ਚਰਨਾਂ ਦੇ ਵਿੱਚ ਅਰਪਿਤ ਕਰਦਾ ਹੈ, ਕੋਈ ਵਸਤਰ ਸ਼ਸਤਰ ਲੈ ਕਰਕੇ ਜਾਂਦਾ ਹੈ ਔਰ ਗੁਰੂ ਕੇ ਚਰਨਾਂ ਦੇ ਵਿੱਚੋਂ ਬੇਅੰਤ ਆਸ਼ੀਰਵਾਦ, ਬਖਸ਼ਿਸ਼ਾਂ, ਖੁਸ਼ੀਆਂ ਲੈਂਦੇ ਹਨ। ਇੱਕ ਬਜ਼ੁਰਗ ਦੇ ਘਰ ਦੇ ਵਿੱਚ ਅੱਤ ਦੀ ਗਰੀਬੀ ਹੈ, ਇੱਕ ਮਾਤਾ ਦੇ ਅੰਦਰ ਵੀ ਇੱਛਾ ਜਾਗੀ ਹੈ, ਮੈਂ ਵੀ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਦੀ ਸੇਵਾ ਕਰਾਂ। ਔਰ ਆਪਾਂ ਇਹ ਬਚਨ ਸਰਵਣ ਕਰ ਰਹੇ ਸੀ ਕਿ ਘਰ ਦੇ ਵਿੱਚ ਉਹ ਮਾਤਾ, ਹੋਰ ਕੋਈ ਸਹਾਰਾ ਨਹੀਂ ਹੈ, ਘਰ ਦੇ ਵਿੱਚ ਇਕੱਲੀ ਹੈ ਤੇ ਆਂਢ ਗੁਆਂਢ ਦੇ ਵਿੱਚ ਕੁਝ ਦਿਨ ਕੋਈ ਕੰਮ ਕਰ ਕੀਤਾ ਹੈ, ਜਿੰਨੇ ਕੋ ਪੈਸੇ ਮਿਲੇ ਉਹਦੇ ਨਾਲ ਕੁਝ ਕੋ ਸਮਾਨ ਖਰੀਦਿਆ ਹੈ ਔਰ ਆਪ ਵੀ ਇਸ਼ਨਾਨ ਪਾਣ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਘਰ ਦੇ ਵਿੱਚ ਵੀ ਲਿੰਮਾ ਪੋਚੀ ਕਰਕੇ ਜਗ੍ਹਾ ਨੂੰ ਪਵਿੱਤਰ ਬਣਾ ਕਰਕੇ, ਸੋਹਣੀ ਬਣਾ ਕਰਕੇ ਅਥਾਹ ਸ਼ਰਧਾ ਦੇ ਨਾਲ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਰੋਜ਼ਾਨਾ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ। ਤੇ ਇੱਕ ਦਿਨ ਉਹ ਮਾਤਾ ਜਿਹੜੀ ਹੈ ਉਹਨੇ 2 ਪ੍ਰਸ਼ਾਦੇ ਤਿਆਰ ਕੀਤੇ ਹਨ। ਉਹਨਾਂ ਦੇ ਉੱਪਰ ਗੁੜ ਘਿਓ ਪਾਇਆ ਹੈ, ਇੱਕ ਕੱਪੜੇ ਦੇ ਵਿੱਚ ਬੰਨੇ ਹਨ, ਇੱਕ ਬਰਤਨ ਦੇ ਵਿੱਚ ਪਾ ਕਰਕੇ ਮਾਤਾ ਘਰ ਤੋਂ ਬਾਹਰ ਆਈ ਹੈ। ਬਿਰਧ ਹੈ, ਮਨ ਦੇ ਵਿੱਚ ਭਾਵਨਾ ਬੜੀ ਵੱਡੀ ਹੈ ਔਰ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੀ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਸ਼ਿਕਾਰ ਖੇਡਣ ਵਾਸਤੇ ਜਾ ਰਹੇ ਸਨ।
ਸਤਿਗੁਰਾਂ ਨੇ ਇੱਕੇ ਦਮ ਘੋੜੇ ਦੀਆਂ ਵਾਗਾਂ ਇੱਕ ਪਾਸੇ ਨੂੰ ਖਿੱਚੀਆਂ। ਸਤਿਗੁਰੂ ਜੀ ਉਸ ਰਸਤੇ ਤੋਂ ਥੋੜ੍ਹਾ ਜਿਹਾ ਥੱਲੇ ਉਤਰੇ ਔਰ ਜਿੱਧਰ ਇਸ ਮਾਤਾ ਦਾ ਅੱਤ ਦੀ ਘਰ ਦੇ ਵਿੱਚ ਗਰੀਬੀ ਹੈ, ਛੋਟਾ ਜਿਹਾ ਘਰ ਬਣਿਆ ਹੋਇਆ ਹੈ, ਗਰੀਬ ਨਿਵਾਜ ਪਾਤਸ਼ਾਹ ਜੀ ਉਧਰਲੇ ਪਾਸੇ ਆਏ ਔਰ ਆ ਕਰਕੇ ਆਉਂਦਿਆਂ ਸਾਰੀ ਉਸ ਮਾਤਾ ਨੂੰ ਬੇਨਤੀ ਕੀਤੀ ਹੈ। ਕਹਿਣ ਲੱਗੇ, ਹੇ ਮਾਤਾ, ਅੱਜ ਬੜੀ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਣ ਦੀ ਇੱਛਾ ਹੈ। ਉਸ ਮਾਤਾ ਨੇ ਜਦੋਂ ਸਤਿਗੁਰਾਂ ਦੇ ਦੀਦਾਰ ਕੀਤੇ ਕਿ ਤਾਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਹਨ, ਜਿਨ੍ਹਾਂ ਵਾਸਤੇ ਮੈਂ ਪ੍ਰਸ਼ਾਦਾ ਪਕਾਇਆ ਹੈ। ਪਾਤਸ਼ਾਹ ਜੀ ਆਪ ਆ ਗਏ ਹਨ, ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ, ਇਸੇ ਤਰ੍ਹਾਂ ਹੀ ਪ੍ਰਸ਼ਾਦਾ ਦੇ ਦੇਵੋ। ਗਰੀਬ ਨਿਵਾਜ ਨੇ ਉਸ ਮਾਤਾ ਦੇ ਕੋਲੋਂ ਪ੍ਰਸ਼ਾਦਾ ਲੈ ਕਰਕੇ ਤੇ ਘੋੜੇ ਤੇ ਸਵਾਰ ਹੀ ਛਕ ਲਿਆ ਹੈ। ਗਰੀਬ ਨਿਵਾਜ ਘੋੜੇ ਤੇ ਬੈਠੇ ਹੋਏ ਸਨ, ਨਾਲ ਨਾਲ ਬਚਨ ਕਰਦੇ ਪਏ ਹਨ ਕਿ ਅੱਜ ਅਸੀਂ ਪ੍ਰਸ਼ਾਦਾ, ਬਹੁਤ ਜ਼ਿਆਦਾ ਭੁੱਖ ਲੱਗੀ ਹੈ ਤੇ ਅਜੇ ਇੱਧਰਲੇ ਪਾਸੇ ਬੜਾ ਸਮਾਂ ਲੱਗਣਾ ਸੀਗਾ, ਚਿਰ ਬਾਅਦ ਵਾਪਸ ਪਰਤਣਾ ਸੀਗਾ, ਇਸ ਕਰਕੇ ਅਸੀਂ ਇੱਧਰ ਆ ਗਏ ਹਾਂ। ਬੜੀ ਭੁੱਖ ਸੀਗੀ ਤੇ ਅਜੇ ਹੋਰ ਵੀ ਬੜਾ ਸਮਾਂ ਲੱਗਣਾ ਸੀਗਾ। ਔਰ ਨਾਲ ਨਾਲ ਪ੍ਰਸ਼ਾਦਾ ਛਕਦੇ ਹਨ, ਨਾਲ ਨਾਲ ਕਈ ਤਰ੍ਹਾਂ ਦੇ ਆਸ਼ੀਰਵਾਦ ਬਖਸ਼ ਰਹੇ ਹਨ। ਉਸ ਗਰੀਬ ਮਾਤਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ, ਕੋਈ ਟਿਕਾਣਾ ਨਹੀਂ ਹੈ। ਔਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਸੇਵਕ ਪਿੱਛੇ ਖੜੇ ਹਨ, ਬਹੁਤ ਸਾਰੇ ਯੋਧੇ ਸੈਨਿਕ ਸਤਿਗੁਰਾਂ ਨੇ ਪਿੱਛੇ ਉਹਨਾਂ ਨੂੰ ਰੋਕ ਦਿੱਤਾ ਹੈ, ਕੋਲ ਹੀ ਖੜੇ ਹਨ। ਸਤਿਗੁਰਾਂ ਨੇ ਉੱਥੇ ਕਾਲੀ ਦੇ ਨਾਲ ਪ੍ਰਸ਼ਾਦਾ ਛਕਿਆ ਔਰ ਬੇਅੰਤ ਤਰ੍ਹਾਂ ਦੇ ਆਸ਼ੀਰਵਾਦ ਬਖਸ਼ਦੇ ਹੋਏ ਗਰੀਬ ਨਿਵਾਜ ਪਾਤਸ਼ਾਹ ਜੀ ਅੱਗੇ ਚੱਲ ਪਏ। ਮਾਤਾ ਜੀ ਦੀ ਭਾਵਨਾ ਪੂਰੀ ਹੋਈ ਹੈ, ਅਰਦਾਸ ਸਫਲ ਹੋਈ ਹੈ। ਔਰ ਉਧਰ ਦੂਸਰੇ ਪਾਸੇ ਗੁਰੂ ਕੇ ਜਿਹੜੇ ਸਿੱਖ ਹਨ, ਉਹਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ, ਪਾਤਸ਼ਾਹ, ਮਨ ਦੇ ਵਿੱਚ ਇੱਕ ਬੜਾ ਵਿਚਾਰ ਪੈਦਾ ਹੋਇਆ ਹੈ ਕਿ ਆਪ ਜੀ ਰੋਜ਼ਾਨਾ ਹੀ ਥੱਲੇ ਬੈਠ ਕਰਕੇ, ਹੱਥ ਸਾਫ਼ ਕਰਕੇ, ਚੌਂਕੜਾ ਲਗਾ ਕਰਕੇ ਤੇ ਬੜੇ ਸੋਹਣੇ ਢੰਗ ਦੇ ਨਾਲ ਪ੍ਰਸ਼ਾਦਾ ਛਕਦੇ ਸੀ, ਅੱਜ ਘੋੜੇ ਤੇ ਛਕ ਲਿਆ। ਹੇ ਗਰੀਬ ਨਿਵਾਜ ਪਾਤਸ਼ਾਹ ਜੀ, ਜਿਸ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਇੱਕ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ, ਤੁਸੀਂ ਵੀ ਮਰਿਆਦਾ ਹੈ ਜੋ ਬਣਾਈ ਹੋਈ, ਪਰ ਪਾਤਸ਼ਾਹ ਜੀ ਅੱਜ ਘੋੜੇ ਤੇ ਬੈਠ ਕੇ ਪ੍ਰਸ਼ਾਦਾ ਛਕ ਲਿਆ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਗੁਰੂ ਕੇ ਸੇਵਕਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ, ਗਰੀਬ ਨਿਵਾਜ ਪਾਤਸ਼ਾਹ ਜੀ ਉਹਨਾਂ ਦੇ ਬਚਨ ਸੁਣ ਕੇ ਤੇ ਕਿਵੇਂ ਫਿਰ ਇਹ ਜਿਹੜਾ ਵਿਚਾਰ ਹੈ ਉਹਨਾਂ ਦਾ, ਇਹਦਾ ਉੱਤਰ ਦਿੰਦੇ ਹਨ। ਆਓ ਭਾਵਨਾ ਸਹਿਤ ਜੋ ਅਗਲੇਰਾ ਇਤਿਹਾਸ ਹੈ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਦਬ ਸਤਿਕਾਰ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੰਕ ਮਾਨ ਮਨ ਹਵੈ ਕਰ ਸਗਰੇ, ਮਿਲ ਕਰ ਜੋਰ ਕਰੀ ਅਰਦਾਸ। ਔਰ ਸਾਰਿਆਂ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਇਆ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਘੋੜੇ ਤੇ ਬੈਠ ਕੇ ਅੱਜ ਪ੍ਰਸ਼ਾਦਾ ਛਕ ਰਹੇ ਸਨ ਤੇ ਸਾਰਿਆਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰ ਇਸ ਬਿਰਦਾ ਟਿਕਦੇ ਲੈ ਅਵਾਰ ਕੀਨੇ ਮੁਖ ਗਰਾਸ। ਹੇ ਪਾਤਸ਼ਾਹ ਜੀ, ਅੱਜ ਅਸੀਂ ਇੱਕ ਐਸਾ ਕੌਤਕ ਦੇਖਿਆ ਹੈ, ਇਸ ਬਿਰਧ ਮਾਤਾ ਦੇ ਕੋਲ ਆਪ ਚੱਲ ਕੇ ਆਏ ਹੋ ਤੇ ਇਸੇ ਹੀ ਅਵਸਥਾ ਦੇ ਵਿੱਚ, ਇਸੇ ਢੰਗ ਦੇ ਨਾਲ ਉੱਤੇ ਬੈਠਿਆਂ ਬਿਠਾਇਆ ਹੀ ਪ੍ਰਸ਼ਾਦਾ ਛਕ ਲਿਆ ਹੈ। ਹਾਥ ਸੋ ਜਲ ਸੋ ਹਾਥ ਨ ਕਰੇ ਪਖਾਰਨ, ਕਰੀ ਨ ਚੁਰੀ ਨੀਰ ਨਹਿ ਪਾਸ। ਤੇ ਸਤਿਗੁਰੂ ਜੀ ਅੱਜ ਪਾਤਸ਼ਾਹ ਜੀ ਇਸੇ ਤਰ੍ਹਾਂ ਪ੍ਰਸ਼ਾਦਾ ਛਕਿਆ ਔਰ ਚੁੱਲ੍ਹਾ ਵੀ ਨਹੀਂ ਕੀਤਾ ਤੇ ਇਸੇ ਤਰ੍ਹਾਂ ਥੱਲੇ ਚੌਂਕੜਾ ਵੀ ਨਹੀਂ ਮਾਰਿਆ
ਗਰੀਬ ਨਿਵਾਜ ਸਤਿਗੁਰੂ ਜੀ ਸਾਰੀ ਸੰਗਤ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਵਿੱਚੋਂ ਇੱਕ ਗੱਲ ਪੁੱਛਣਾ ਚਾਹੁੰਦੀ ਹੈ। ਚੜੇ ਤਰੰਗ ਪਰ ਕੀਨਸ ਅਜਵਨ, ਇਹ ਕਿਆ ਕਾਰਨ ਕਰੋ ਪ੍ਰਕਾਸ਼। ਸਤਿਗੁਰੂ ਜੀ ਇਹਦੇ ਵਿੱਚ ਕੀ ਕਾਰਨ ਸੀਗਾ ਕਿ ਤੁਸੀਂ ਇਸੇ ਤਰ੍ਹਾਂ ਪ੍ਰਸ਼ਾਦਾ ਛਕਿਆ? ਪਹਿਲਾਂ ਅਸੀਂ ਕਦੇ ਇਸ ਤਰ੍ਹਾਂ ਤੁਹਾਨੂੰ ਨਹੀਂ ਦੇਖਿਆ, ਕਿਰਪਾ ਕਰਕੇ ਸਾਨੂੰ ਸਮਝਾਵੋ ਜੀ। ਨਵ ਤਨ ਜੁਗਤ ਆਪਨੇ ਕੀਨਸ, ਨੈ ਪੂਰਬ ਹੋਈ ਇਹ ਰੀਤ। ਸਤਿਗੁਰੂ ਜੀ ਇਹ ਅਸੀਂ ਨਵੀਂ ਗੱਲ ਦੇਖੀ ਹੈ, ਅੱਜ ਨਵਾਂ ਕੌਤਕ ਦੇਖਿਆ ਹੈ। ਪਹਿਲਾਂ ਅਸੀਂ ਕਦੇ ਵੀ ਕਿਸੇ ਗੁਰੂ ਸਾਹਿਬਾਨ ਦੇ ਇਸ ਤਰ੍ਹਾਂ ਬੈਠ ਕਰਕੇ ਪ੍ਰਸ਼ਾਦਾ ਘੋੜੇ 'ਤੇ ਛਕ ਲਿਆ ਹੋਵੇ, ਇਸ ਤਰ੍ਹਾਂ ਗਰੀਬ ਨਿਵਾਜ ਸਤਿਗੁਰੂ ਜੀ ਦੇਖਿਆ ਨਹੀਂ ਹੈ। ਹੁਣ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਵਿਚਾਰਿਆ ਹੈ ਕਿ ਮਾਤਾ ਦੇ ਘਰ ਦੇ ਵਿੱਚ ਅੱਤ ਦੀ ਗਰੀਬੀ ਹੈ ਤੇ ਬਸ 2 ਹੀ ਪ੍ਰਸ਼ਾਦੇ ਬਣਾ ਸਕੇ ਹਨ। ਨਾ ਤਾਂ ਮਾਤਾ ਜੀ ਦੇ ਕੋਲ ਇਤਨਾ ਪ੍ਰਬੰਧ ਹੈ ਕਿ ਸਾਰੀ ਸੰਗਤ ਨੂੰ ਗਰੀਬ ਨਿਵਾਜ ਸਤਿਗੁਰਾਂ ਨੂੰ ਘਰ ਦੇ ਵਿੱਚ ਸੱਦ ਕੇ ਉਤਾਰਾ ਕਰਕੇ ਪ੍ਰਸ਼ਾਦੇ ਦਾ ਪ੍ਰਬੰਧ ਹੋ ਸਕੇ, ਤੇ ਨਾ ਹੀ ਸਰੀਰ ਸਾਥ ਦਿੰਦਾ ਹੈ ਕਿ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਮਾਤਾ ਜੀ ਪਹੁੰਚ ਸਕਣ। ਉਮਰ ਬਿਰਧ ਹੈ ਔਰ ਬਹੁਤ ਬਿਰਧ ਉਮਰ ਹੈ, ਤੇ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਹੀ ਕਾਹਲੀ ਦੇ ਨਾਲ ਚੱਲ ਕੇ ਆ ਗਏ ਔਰ ਮਾਤਾ ਅਰਦਾਸ ਕਰ ਰਹੇ ਸਨ। ਕਹਿਣ ਲੱਗੇ, ਪਾਤਸ਼ਾਹ ਬੜੀ ਮਿਹਨਤ ਕਰਕੇ ਪ੍ਰਸ਼ਾਦਾ ਤਿਆਰ ਕੀਤਾ ਹੈ ਤੇ ਮੇਰੀ ਇੱਛਾ ਹੈ ਇਹ ਮੇਰਾ ਪ੍ਰਸ਼ਾਦਾ ਤੁਸੀਂ ਆ ਕਰਕੇ ਛਕੋ, ਕਿਤੇ ਇਹ ਸਾਰੀ ਮੇਰੀ ਭਾਵਨਾ ਵਿਅਰਥ ਨਾ ਚਲੀ ਜਾਵੇ। ਮੈਂ ਪ੍ਰਸ਼ਾਦਾ ਤਿਆਰ ਕੀਤਾ ਹੈ, ਗਰੀਬ ਨਿਵਾਜ ਤੁਸੀਂ ਆਪ ਆ ਕਰਕੇ ਪਾਨ ਕਰੋ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਸੰਗਤਾਂ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਹੈ, ਪਾਤਸ਼ਾਹ ਪਹਿਲਾਂ ਤਾਂ ਕਦੇ ਅਸੀਂ ਇਸ ਤਰ੍ਹਾਂ ਨਹੀਂ ਦੇਖਿਆ ਸੀਗਾ। ਸੋ ਕਰਤ ਆਹਾਰ ਆਪ, ਤੁਮ ਅੰਤਰ ਚੌਕੇ ਪਰਮ ਪੁਨੀਤ। ਤੇ ਸਤਿਗੁਰੂ ਜੀ ਸੇਵਾਦਾਰ ਬੜੇ ਪਿਆਰ ਦੇ ਨਾਲ, ਬੜੇ ਧਿਆਨ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੇ ਹਨ ਔਰ ਗਰੀਬ ਨਿਵਾਜ ਚੌਂਕੇ ਦੇ ਵਿੱਚ ਪੂਰੇ ਧਿਆਨ ਦੇ ਨਾਲ ਔਰ ਫਿਰ ਤੁਹਾਨੂੰ ਵੀ ਪਿਆਰ ਦੇ ਨਾਲ ਬਿਠਾਇਆ ਜਾਂਦਾ ਹੈ। ਤੇ ਸਤਿਗੁਰੂ ਜੀ ਫਿਰ ਉੱਥੇ ਬੈਠ ਕੇ ਚੌਂਕੜਾ ਮਾਰ ਕੇ ਅਸੀਂ ਨਿੱਤ ਹੀ ਤੁਹਾਨੂੰ ਪ੍ਰਸ਼ਾਦਾ ਛਕਦਿਆਂ ਦੇਖਦੇ ਹਾਂ। ਸਭੋ ਮਨ ਸ਼ੰਕਤ, ਹੇ ਪ੍ਰਭ ਜੀ ਕਰੈ ਵਿਚਾਰਨ ਬਿਸਮਤ ਜੀਤ। ਔਰ ਸਾਰਿਆਂ ਨੇ ਦੇਖਿਆ ਹੈ ਔਰ ਸਾਰੇ ਅਸੀਂ ਹੈਰਾਨ ਹੋਏ ਹਾਂ। ਇਹ ਸਾਡੇ ਵਾਸਤੇ ਨਵੀਂ ਗੱਲ ਹੈ। ਸੁਨ ਸਭ ਦੇ ਸਤਿਗੁਰ ਮੁਸਕਾਨੇ, ਨਹੀਂ ਬਖਾਨੇ ਭਜਨ ਬਿਨੀਤ। ਤੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਇਹ ਸਾਰਾ ਕੁਝ ਸੁਣ ਕੇ ਤੇ ਪਾਤਸ਼ਾਹ ਜੀ ਮੁਸਕਰਾਏ ਹਨ। ਸੁਣ ਸਭ ਤੇ ਸਤਿਗੁਰ ਮੁਸਕਾਨੇ, ਕਹਿਣ ਲੱਗੇ ਕਿ ਨਹੀਂ ਬਖਾਨੇ ਬਚਨ ਬਿਨੀਤ। ਸਤਿਗੁਰਾਂ ਨੇ ਆਪ 7ਵੇਂ ਪਾਤਸ਼ਾਹ ਜੀ ਨੇ ਥੋੜ੍ਹਾ ਜਿਹਾ ਮੁਸਕਰਾਏ ਹਨ ਔਰ ਬਹੁਤੇ ਬਚਨ ਵਿਲਾਸ ਉਸ ਵੇਲੇ ਗੁਰੂ ਕੇ ਪਿਆਰਿਆਂ ਦੇ ਨਾਲ ਨਹੀਂ ਕੀਤੇ ਹਨ। ਕਛੂ ਨ ਉਤਰ ਕਿਸ ਕੋ ਦੀਨਸ, ਗਏ ਖੇਲ ਮੇ ਮਹਿਰ ਸ਼ਿਕਾਰ। ਔਰ ਸਤਿਗੁਰੂ ਜੀ ਮੁਸਕਰਾਉਂਦੇ ਹੋਏ ਹੱਸਦੇ ਹੋਏ ਘੋੜੇ ਨੂੰ ਅੱਡੀ ਲਾਈ ਹੈ ਤੇ ਅੱਗੇ ਚੱਲ ਪਏ। ਸੇਵਕਾਂ ਦੇ ਮਨ ਦੇ ਵਿੱਚ ਜਿਹੜੀ ਵਿਚਾਰ ਹੈ ਉੱਥੇ ਖੜੀ ਰਹਿ ਗਈ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕੋਈ ਬਚਨ ਦਾ ਕੋਈ ਵਿਸਥਾਰ ਦੇ ਨਾਲ ਜਵਾਬ ਨਹੀਂ ਦਿੱਤਾ, ਪਰ ਸਤਿਗੁਰਾਂ ਦੀ ਮੁਸਕਰਾਹਟ ਤੋਂ ਅੰਦਾਜ਼ਾ ਲਾ ਲਿਆ ਕਿ ਇਹਦੇ ਵਿੱਚ ਬੜਾ ਗਹਿਰਾ ਰਾਜ ਹੈ। ਤੇ ਸਤਿਗੁਰਾਂ ਨੂੰ ਪੁੱਛਾਂਗੇ ਜ਼ਰੂਰ। ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਅੱਗੇ ਸ਼ਿਕਾਰ ਖੇਡਣ ਵਾਲੇ ਪਾਸੇ ਅਗਾਂਹ ਜੰਗਲਾਂ ਨੂੰ ਚੱਲੇ ਹਨ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਰੋਜ਼ਾਨਾ ਦੀ ਤਰ੍ਹਾਂ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜਾਂਦੇ ਸਨ ਔਰ ਕਈ ਜਾਨਵਰ ਪਕੜ ਕੇ ਲੈ ਆਉਂਦੇ ਸਨ ਔਰ ਕਈਆਂ ਨੂੰ ਗਰੀਬ ਨਿਵਾਜ ਸਤਿਗੁਰੂ ਜੀ ਇਸੇ ਤਰ੍ਹਾਂ ਜੰਗਲ ਦੇ ਵਿੱਚ ਜਾਂਦੇ ਸਨ, ਅਭਿਆਸ ਕਰਦੇ ਸਨ, ਘੋੜ ਸਵਾਰੀ ਕਰਦੇ ਹਨ। ਤੇ ਕਈ ਵਾਰੀ ਜਿਹੜੇ ਜਾਨਵਰ ਪਹਿਲਾਂ ਲੈ ਕਰਕੇ ਆਏ ਹਨ ਉਹਨਾਂ ਨੂੰ ਜੰਗਲ ਦੇ ਵਿੱਚ ਛੱਡ ਕੇ ਵੀ ਆਉਂਦੇ ਹਨ। ਤੇ ਕਈਆਂ ਜਾਨਵਰਾਂ ਨੂੰ ਉੱਥੋਂ ਪਕੜ ਕੇ ਜਿਹੜਾ ਕੋਈ ਬਿਮਾਰ ਲੱਗਦਾ ਹੈ ਜਾਂ ਕੋਈ ਜ਼ਖਮੀ ਲੱਗਦਾ ਹੈ ਜਾਂ ਇਸ ਹਾਲਤ ਦੇ ਵਿੱਚ ਕੋਈ ਲੱਗਦਾ ਹੈ, ਉਹਨਾਂ ਨੂੰ ਫਿਰ ਪਿੱਛਾ ਕਰਕੇ
ਸੇਵਕਾਂ ਨੂੰ ਭੇਜ ਕਰਕੇ ਆਪ ਜਾ ਕਰਕੇ ਪਕੜ ਕੇ ਲੈ ਕਰਕੇ ਆਉਂਦੇ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਐਸਾ ਸੁਭਾਅ ਹੈ, ਜਾਂਦੇ ਤਾਂ ਜ਼ਰੂਰ ਹਨ ਪਰ ਜਾਨਵਰਾਂ ਨੂੰ ਮਾਰਦੇ ਬਹੁਤ ਘੱਟ ਹਨ। ਉਹਨਾਂ ਨੇ ਬਹੁਤੇ ਸ਼ਿਕਾਰ ਨਹੀਂ ਕੀਤੇ, ਜਾਂਦੇ ਜ਼ਰੂਰ ਹਨ, ਸਗੋਂ ਜਿਹੜੇ ਬਿਮਾਰ ਜਾਂ ਜ਼ਖਮੀ ਹਨ ਉਹਨਾਂ ਨੂੰ ਪਕੜ ਕੇ ਲੈ ਕੇ ਆਉਂਦੇ ਸਨ। ਆਪ ਬਹੁਤਾ ਕਦੇ ਕਿਸੇ 'ਤੇ ਵਾਰ ਨਹੀਂ ਕਰਦੇ ਹਨ। ਔਰ ਹੁਣ ਜੰਗਲ ਦੇ ਵਿੱਚ ਗਏ ਪਾਤਸ਼ਾਹ ਜੀ ਤੇ ਫਿਰ ਬਾਅਦ ਵਿੱਚ ਹਟ ਕਰਕੇ ਸਤਿਗੁਰੂ ਜੀ ਵਾਪਸ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਘੋੜੇ ਤੇ ਸਵਾਰ ਹੋ ਕਰਕੇ ਪਹੁੰਚੇ ਹਨ। ਮੰਗਲ ਭਏ ਆਨੰਦ ਬਿਲੰਦੇ ਬੈਠੇ ਸਤਿਗੁਰ ਸਭਾ ਮਝਾਰ। ਔਰ ਸਭਾ ਦੇ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਸਜੇ ਹਨ। ਬੇਅੰਤ ਤਰ੍ਹਾਂ ਦੀ ਕੀਰਤੀ ਹੋ ਰਹੀ ਹੈ, ਸ਼ਬਦਾਂ ਦਾ ਗਾਇਨ ਹੋ ਰਿਹਾ ਹੈ, ਵੱਡੀ ਉਸਤਤ ਹੋ ਰਹੀ ਹੈ। ਸਾਰੀ ਸੰਗਤ ਹੀ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠੀ ਹੈ। ਮੰਗਲ ਭਏ ਆਨੰਦ ਬਿਲੰਦੇ ਬੈਠੇ ਸਤਿਗੁਰ ਸਭਾ ਮਝਾਰ। ਸੋਹਣਾ ਦਰਬਾਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸਜਿਆ ਹੈ। ਮਹੀ ਜਾਨੀ ਨਿਜ ਨਿਜ ਡੇਰਨ ਸਿੱਖ ਸੇਵਕ ਸਭ ਕੀਨ ਵਿਚਾਰ। ਔਰ ਫਿਰ ਸ਼ਾਮਾਂ ਦੇ ਦਰਬਾਰ ਤੋਂ ਬਾਅਦ ਰਾਤ ਪਈ ਹੈ ਤੇ ਸੋਦਰ ਦਾ ਜਾਪ ਕਰਕੇ ਗੁਰੂ ਕੇ ਪਿਆਰੇ ਆਪਣੇ ਆਪਣੇ ਅਸਥਾਨਾਂ ਨੂੰ, ਨਿੱਜੀ ਅਸਥਾਨਾਂ ਨੂੰ, ਜਿੱਥੇ ਜਿੱਥੇ ਕਿਸੇ ਦਾ ਤੰਬੂ ਹੈ ਜਾਂ ਨੇੜੇ ਜਿੱਥੇ ਕਿਸੇ ਦਾ ਘਰ ਹੈ, ਜਿੱਥੇ ਜਿੱਥੇ ਕਿਸੇ ਸੇਵਕ ਦਾ ਯੋਧੇ ਦਾ ਟਿਕਾਣਾ ਹੈ, ਸਾਰੇ ਸਿੱਖ ਸੇਵਕ ਆਪਣੀ ਆਪਣੀ ਥਾਂ ਤੇ ਪਹੁੰਚ ਗਏ ਹਨ। ਸਮੇਂ ਸ਼ਿਕਾਰ ਚੜਨ ਕੇ ਸਤਿਗੁਰ ਹੋਏ ਸ਼ੁੱਧਤ ਕੋ ਚਹਿਤ ਕਹਾਰ। ਔਰ ਫਿਰ ਆਪਸ ਦੇ ਵਿੱਚ ਇਹ ਵਿਚਾਰਾਂ ਕਰ ਰਹੇ ਹਨ, ਕਹਿਣ ਲੱਗੇ ਕਿ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਸਾਰੇ ਜਿੱਥੇ ਜਿੱਥੇ ਸੰਗਤ ਪਹੁੰਚੀ ਹੈ ਜਾਂ ਜਿਹੜੇ ਸਤਿਗੁਰਾਂ ਦੇ ਨਾਲ ਸਾਥੀ ਸਨ ਯੋਧੇ ਜਾਂ ਸੇਵਕ ਸਿੱਖ ਆਪਣੇ ਆਪਣੇ ਪਰਿਵਾਰ ਦੇ ਨਾਲ ਜਾਂ ਬਾਕੀ ਸੇਵਕਾਂ ਦੇ ਨਾਲ ਵਿਚਾਰਾਂ ਕਰ ਰਹੇ ਹਨ। ਕਹਿਣ ਲੱਗੇ ਬੜਾ ਹੈਰਾਨੀ ਵਾਲਾ ਕੌਤਕ ਦੇਖਿਆ ਹੈ ਕਿ ਜਦੋਂ ਸਤਿਗੁਰੂ ਜੀ ਸ਼ਿਕਾਰ ਨੂੰ ਗਏ ਸਨ, ਸਮੇਂ ਸ਼ਿਕਾਰ ਚੜਨ ਕੇ ਸਤਿਗੁਰ ਹੋਏ ਸ਼ੁੱਧਤ ਕੋ ਚਾਹਤ ਆਹਾਰ। ਸਤਿਗੁਰੂ ਜੀ ਸ਼ਿਕਾਰ ਨੂੰ ਜਾ ਰਹੇ ਸਨ ਤੇ ਅਚਾਨਕ ਪਾਤਸ਼ਾਹ ਜੀ ਨੂੰ ਭੁੱਖ ਲੱਗੀ ਤੇ ਗਰੀਬ ਨਿਵਾਜ ਭੋਜਨ ਦੀ ਭਾਲ ਕਰਨ ਲੱਗੇ ਸਨ। ਔਰ ਫਿਰ ਇੱਕ ਪਾਸੇ ਜਾ ਕਰਕੇ ਇੱਕ ਮਾਤਾ ਦੇ ਕੋਲੋਂ ਪ੍ਰਸ਼ਾਦਾ ਮੰਗਿਆ ਤੇ ਮਾਤਾ ਨੇ ਉਸੇ ਵੇਲੇ ਪ੍ਰਸ਼ਾਦਾ ਤਿਆਰ ਸੀਗਾ ਲੈ ਕਰਕੇ ਆਏ ਸਨ, ਛਕਾਇਆ ਹੈ। ਜਿਵੇਂ ਮਾਤਾ ਜੀ ਪਹਿਲਾਂ ਜਾਣਦੇ ਹੁਣ ਆ ਕਰਕੇ ਖੜੇ ਹੋਣ ਰਸਤੇ ਦੇ ਵਿੱਚ। ਕਹਿਣ ਲੱਗੇ ਕਿ ਫਿਰ ਪਾਤਸ਼ਾਹ ਜੀ ਨੇ ਵੀ ਘੋੜੇ ਤੇ ਬੈਠਿਆਂ ਬਿਠਾਇਆ ਕਾਲੀ ਦੇ ਨਾਲ ਪ੍ਰਸ਼ਾਦਾ ਛਕ ਲਿਆ। ਪਹਿਲਾਂ ਤਾਂ ਇੱਕ ਮਰਿਆਦਾ ਦੇ ਨਾਲ ਗਰੀਬ ਨਿਵਾਜ ਮੂੰਹ ਹੱਥ ਸਾਫ਼ ਕਰਕੇ ਔਰ ਪੰਗਤ ਦੇ ਵਿੱਚ ਬੈਠ ਕਰਕੇ ਸੇਵਕ ਪ੍ਰਸ਼ਾਦਾ ਬੜੇ ਪਿਆਰ ਦੇ ਨਾਲ, ਬੜੀ ਸੁਚਮਤਾ ਦੇ ਨਾਲ ਤਿਆਰ ਕਰਕੇ ਛਕਾਉਂਦੇ ਸਨ। ਪਰ ਅੱਜ ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਹੀ ਬਿਰਧ ਮਾਤਾ ਤੋਂ ਪ੍ਰਸ਼ਾਦਾ ਲੈ ਕਰਕੇ ਛਕਿਆ ਹੈ। ਤੇ ਹੁਣ ਜਦੋਂ ਘਰਾਂ ਦੇ ਵਿੱਚ ਇੱਧਰ ਉੱਧਰ ਕਈਆਂ ਨੇ ਜਾ ਕਰਕੇ ਗੱਲਾਂ ਕੀਤੀਆਂ ਕਿ ਸਤਿਗੁਰੂ ਜੀ ਜਦੋਂ ਸ਼ਿਕਾਰ ਨੂੰ ਗਏ ਸਨ ਤੇ ਰਸਤੇ ਦੇ ਵਿੱਚ ਘੋੜੇ ਤੇ ਬੈਠਿਆਂ ਹੀ ਪ੍ਰਸ਼ਾਦਾ ਛਕ ਲਿਆ ਹੈ। ਤੇ ਹੋਰ ਵੀ ਕਈਆਂ ਸੰਗਤਾਂ ਦੇ ਮਨ ਦੇ ਵਿੱਚ ਇੱਛਾ ਆਈ ਕਿ ਅਸੀਂ ਕਦੋਂ ਦੇ ਉਡੀਕਦੇ ਰਹਿੰਦੇ ਹਾਂ ਪਾਤਸ਼ਾਹ ਜੀ ਸਾਡੇ ਘਰ ਦੇ ਵਿੱਚ ਆਉਣ ਜਾਂ ਸਾਨੂੰ ਸੇਵਾ ਦਾ ਮੌਕਾ ਮਿਲੇ। ਤੇ ਜਿਸ ਤਰ੍ਹਾਂ ਮਾਤਾ ਨੇ ਪ੍ਰਸ਼ਾਦਾ ਛਕਾਇਆ ਸਤਿਗੁਰਾਂ ਨੂੰ ਜਾਂਦਿਆਂ ਹੋਇਆਂ, ਤੇ ਸਾਨੂੰ ਵੀ ਕਿਤੇ ਸੇਵਾ ਦਾ ਮੌਕਾ ਮਿਲੇਗਾ, ਅਸੀਂ ਵੀ ਇਸੇ ਤਰ੍ਹਾਂ ਪ੍ਰਸ਼ਾਦਾ ਤਿਆਰ ਕਰਕੇ ਪਾਤਸ਼ਾਹ ਜੀ ਨੂੰ ਰਸਤੇ ਦੇ ਵਿੱਚ ਹੀ ਛਕਾ ਦੇਵਾਂਗੇ ਜਿਸ ਤਰ੍ਹਾਂ ਮਾਤਾ ਨੇ ਛਕਾਇਆ। ਤੇ ਸੁਣਿਆ ਹੈ ਕਿ ਪਾਤਸ਼ਾਹ ਜੀ ਛਕ ਲੈਂਦੇ ਹਨ ਇਸ ਤਰ੍ਹਾਂ। ਗਰੀਬ ਨਿਵਾਜ ਜਦੋਂ ਜਾਂਦੇ ਹਨ ਸ਼ਿਕਾਰ ਨੂੰ ਤੇ ਭੁੱਖ ਲੱਗਦੀ ਹੈ ਤੇ ਪ੍ਰਸ਼ਾਦਾ ਮਾਤਾ ਜੀ ਦੇ ਕੋਲੋਂ ਲੈ ਕੇ ਛਕਿਆ ਹੈ। ਤੇ ਅਗਲਾ ਦਿਨ ਜਦੋਂ ਹੋਇਆ, ਇਮ ਚਿਤਵਨ ਕਰ ਅਗਲੇ ਦਿਨ ਮੈਂ ਸਿੱਖਣ ਕਰਿਓ ਅਸਨ ਕੋ ਤਿਆਰ। ਕੁਝ ਗੁਰੂ ਕੇ ਪਿਆਰਿਆਂ ਨੇ ਪ੍ਰਸ਼ਾਦਾ ਉਸੇ ਤਰ੍ਹਾਂ ਤਿਆਰ ਕੀਤਾ ਹੈ।
ਔਰ ਪਾਤਸ਼ਾਹ ਜੀ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਰਸਤੇ ਦੇ ਰਾਹੀਂ ਜਾ ਰਹੇ ਹਨ, ਕਹਿਣ ਲੱਗੇ ਰਸਤੇ ਦੇ ਵਿੱਚ ਫਿਰ ਸੇਵਕਾਂ ਨੇ ਜਿੱਧਰ ਦੀ ਪਾਤਸ਼ਾਹ ਜੀ ਲੰਘਣਾ ਹੈ, ਕੁਝ ਕੁ ਸੇਵਾਦਾਰਾਂ ਨੇ ਜਿਨ੍ਹਾਂ ਨੂੰ ਪਤਾ ਲੱਗਿਆ, ਸੰਗਤਾਂ ਨੇ, ਉਹ ਉੱਥੇ ਆ ਕੇ ਖੜ ਗਏ ਹਨ। ਕਰ ਧਰ ਅਸਨ ਬਿਨੈ ਬਹੁ ਠਾਨੀ, ਪ੍ਰਭ ਜੀ ਦੀਜੈ ਭੋਜਨ ਖਾਏ। ਔਰ ਜਿੱਧਰ ਦੀ ਫਿਰ ਪਾਤਸ਼ਾਹ ਜੀ ਲੰਘੇ ਹਨ, ਉੱਥੇ ਖੜ ਕੇ ਤੇ ਉਹਨਾਂ ਨੇ ਬੇਨਤੀਆਂ ਕੀਤੀਆਂ। ਹੱਥ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਾਦੇ ਤਿਆਰ ਕਰਕੇ ਫੜੇ ਹੋਏ ਹਨ। ਕਰ ਧਰ ਅਸਨ ਬਿਨੈ ਬਹੁ ਠਾਨੀ, ਪ੍ਰਭ ਜੀ ਲੀਜੈ ਭੋਜਨ ਖਾਏ। ਹੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਪ੍ਰਸ਼ਾਦਾ ਤਿਆਰ ਕਰਕੇ ਲੈ ਕਰਕੇ ਆਏ ਹਾਂ, ਆਪ ਜੀ ਕਿਰਪਾ ਕਰਕੇ ਪ੍ਰਸ਼ਾਦਾ ਛਕੋ ਜੀ। ਹੋਏ ਆਪ ਸ਼ੁਦਾ ਸਮੈ ਇਸ ਜਾਂਦੇ, ਹਮ ਆਨਿਓ ਕਰ ਭਾਏ। ਅਸੀਂ ਸੁਣਿਆ ਹੈ ਕਿ ਜਦੋਂ ਤੁਸੀਂ ਸ਼ਿਕਾਰ 'ਤੇ ਜਾਂਦੇ ਹੋ, ਉਦੋਂ ਤੁਹਾਨੂੰ ਭੁੱਖ ਲੱਗੀ ਹੁੰਦੀ ਹੈ, ਔਰ ਇਸੇ ਕਰਕੇ ਹੀ ਅਸੀਂ ਹੁਣ ਰਸਤੇ ਦੇ ਵਿੱਚ ਜਾਂਦੇ ਹੀ ਪ੍ਰਬੰਧ ਕਰ ਦਿੱਤਾ ਹੈ। ਪਾਤਸ਼ਾਹ ਜੀ, ਅਸੀਂ ਵੀ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਲੈ ਕਰਕੇ ਆਏ ਹਾਂ। ਕਹਿਣ ਲੱਗੇ ਕਈ ਤਰ੍ਹਾਂ ਦਾ, ਕਈਆਂ ਭਾਂਤਾਂ ਦਾ ਪ੍ਰਸ਼ਾਦਾ ਲੈ ਕਰਕੇ ਆਏ ਹਾਂ। ਇਹ ਗਰੀਬ ਨਿਵਾਜ, ਸੁਣਿਆ ਹੈ ਤੁਸੀਂ ਰਸਤੇ 'ਤੇ ਚੱਲਦਿਆਂ ਹੋਇਆਂ ਪ੍ਰਸ਼ਾਦਾ ਛਕ ਲੈਂਦੇ ਹੋ, ਕਿਰਪਾ ਕਰਕੇ ਪ੍ਰਸ਼ਾਦਾ ਛਕੋ ਜੀ। ਤੇ ਸਤਿਗੁਰੂ ਜੀ ਕਈਆਂ ਭਾਂਤਾਂ ਦੇ ਸੋਹਣੇ ਸੋਹਣੇ ਪਕਵਾਨ ਕਈਆਂ ਤਰੀਕਿਆਂ ਦੇ ਤਿਆਰ ਕਰਕੇ ਅਸੀਂ ਲੈ ਕਰਕੇ ਆਏ ਹਾਂ। ਤੇ ਸਤਿਗੁਰੂ ਜੀ ਤੁਸੀਂ ਛਕੋ, ਸਾਡੀ ਇੱਛਾ ਹੈ। ਔਰ ਅਸੀਂ ਸੁਣਿਆ ਕਿ ਇਸ ਵੇਲੇ ਤੁਹਾਨੂੰ ਭੁੱਖ ਵੀ ਲੱਗਦੀ ਹੈ, ਜਾਂ ਇਸ ਵੇਲੇ ਤੁਹਾਡੀ ਇੱਛਾ ਹੁੰਦੀ ਹੈ ਪ੍ਰਸ਼ਾਦਾ ਛਕਣ ਦੀ। ਤੁਸੀਂ ਆਪ ਮੰਗ ਕੇ, ਕੱਲ੍ਹ ਅਸੀਂ ਸੁਣਿਆ ਪ੍ਰਸ਼ਾਦਾ ਛਕਿਆ ਰਸਤੇ ਦੇ ਵਿੱਚੋਂ, ਇਸ ਕਰਕੇ ਪ੍ਰਸ਼ਾਦਾ ਅਸੀਂ ਆਪ ਤਿਆਰ ਕਰਕੇ ਅੱਜ ਲੈ ਕਰਕੇ ਆਏ ਹਾਂ। ਸਤਿਗੁਰ ਹਰਿ ਕਰਾਏ ਬਖਾਨਿਓ, ਬੇਦਰ ਜਾਦ ਬਨਾਏ ਕਹਾਰ। ਤੇ ਸਤਿਗੁਰਾਂ ਨੇ ਬਚਨ ਸੁਣ ਕਰਕੇ ਅੱਗੋਂ ਜਵਾਬ ਦਿੱਤਾ ਹੈ ਕਿ ਨਹੀਂ ਭਾਈ, ਇਹ ਕੈਸੀ ਮਰਿਆਦਾ ਹੈ। ਸੁਣ ਸਤਿਗੁਰ ਹਰਿ ਰਾਏ ਬਖਾਨਿਓ, ਬੇਮਰਜ਼ਾਦ ਬਣਾਏ ਆਹਾਰ। ਤੁਸੀਂ ਮਰਿਆਦਾ ਤੋਂ ਬਿਨਾਂ ਹੀ ਆਏ ਹੋ ਤੇ ਰਸਤੇ ਦੇ ਵਿੱਚ ਪ੍ਰਸ਼ਾਦਾ ਲੈ ਕਰਕੇ ਖੜ ਗਏ ਹੋ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਇਹ ਮਰਿਆਦਾ ਨਹੀਂ ਹੈ। ਕਹਿਣ ਲੱਗੇ ਹੁਣ ਤਾਂ ਅਸੀਂ ਘੋੜੇ ਤੇ ਚੜ੍ਹ ਕੇ ਤੇ ਸ਼ਿਕਾਰ ਨੂੰ ਜਾ ਰਹੇ ਆ। ਇਹ ਕਿਹੋ ਜਿਹਾ ਸਮਾਂ ਹੈ ਕਿ ਤੁਸੀਂ ਪ੍ਰਸ਼ਾਦਾ ਲੈ ਕਰਕੇ ਆਏ ਹੋ? ਇਹ ਕੋਈ ਪ੍ਰਸ਼ਾਦਾ ਛਕਣ ਦਾ ਸਮਾਂ ਹੈ? ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹਨ। ਔਰ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਅਸੀਂ ਤਾਂ ਬੜੇ ਪ੍ਰੇਮ ਦੇ ਨਾਲ ਬੈਠ ਕਰਕੇ ਔਰ ਬਹੁਤ ਸੋਹਣੇ ਢੰਗ ਦੇ ਨਾਲ ਪ੍ਰਸ਼ਾਦਾ ਸੇਵਕ ਤਿਆਰ ਕਰਦੇ ਹਨ, ਤੇ ਉੱਥੇ ਬੈਠ ਕਰਕੇ ਤੇ ਇੱਕ ਮਰਿਆਦਾ ਦੇ ਨਾਲ ਪ੍ਰਸ਼ਾਦਾ ਛਕਦੇ। ਇਸ ਤਰ੍ਹਾਂ ਨਹੀਂ ਪ੍ਰਸ਼ਾਦਾ ਛਕਣਾ। ਇਹ ਕਿਹੜਾ ਸਮਾਂ ਹੈ? ਘੋੜੇ ਤੇ ਬੈਠ ਕੇ ਕਿਵੇਂ ਪ੍ਰਸ਼ਾਦਾ ਛਕਾਂਗੇ? ਗਰੀਬ ਨਿਵਾਜ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ ਹਨ, ਹੁਣ ਅਸੀਂ ਕਿਵੇਂ ਪ੍ਰਸ਼ਾਦਾ ਛਕਾਂਗੇ ਤੇ ਕਿਵੇਂ ਫਿਰ ਕਹਿਣ ਲੱਗੇ ਅਬ ਕੈਸੇ ਇਹ ਖਾਏ ਤ੍ਰਿਪਤ ਹੋਵੇ, ਤੇ ਕਿਵੇਂ ਸਾਨੂੰ ਤ੍ਰਿਪਤੀ ਆਏਗੀ? ਇਹ ਤਾਂ ਕੋਈ ਢੰਗ ਨਹੀਂ ਹੈ। ਮਾਰਗ ਮੈਂ ਗਮਨਤ ਇਸ ਵਾਰ, ਅਸੀਂ ਤਾਂ ਸਫ਼ਰ ਕਰ ਰਹੇ ਹਾਂ, ਘੋੜੇ ਤੇ ਚੜ੍ਹ ਕੇ ਜਾ ਰਹੇ ਹਾਂ। ਔਰ ਉਹ ਜਿਹੜੇ ਗੁਰੂ ਕੇ ਕੁਝ ਪਿਆਰੇ ਸਨ, ਜਿਹੜੇ ਪ੍ਰਸ਼ਾਦਾ ਲੈ ਕਰਕੇ ਆਏ, ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਆਇਆ। ਕਹਿਣ ਲੱਗੇ ਕਮਾਲ ਹੋ ਗਈ, ਅਜੇ ਤਾਂ ਕੱਲ੍ਹ ਹੀ ਪਾਤਸ਼ਾਹ ਜੀ ਨੇ ਇਸ ਰੂਪ ਦੇ ਵਿੱਚ ਪ੍ਰਸ਼ਾਦਾ ਛਕਿਆ ਹੈ, ਔਰ ਅੱਜ ਕਹਿ ਰਹੇ ਹਨ ਕਿ ਮਰਿਆਦਾ ਤੋਂ ਬਾਹਰ ਹੈ। ਇਸ ਤਰ੍ਹਾਂ ਅਸੀਂ ਛਕਦੇ ਨਹੀਂ। ਕਹਿਣ ਲੱਗੇ ਗਰੀਬ ਨਿਵਾਜ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਾਥ ਜੋੜ ਸਿੱਖ ਸੰਗਤ ਸਗਰੇ ਸੰਕਟ ਪ੍ਰਥਮ ਕੀਨ ਅਰਦਾਸ। ਪਾਤਸ਼ਾਹ ਜੀ ਸੰਗਤਾਂ ਨੇ ਪਹਿਲਾਂ ਵੀ ਸ਼ੰਕਾ ਕੀਤਾ ਹੈ, ਤੁਹਾਡੇ ਚਰਨਾਂ ਦੇ ਵਿੱਚੋਂ ਇਹ ਗੱਲ ਪੁੱਛੀ ਹੈ, ਹੁਣ ਫਿਰ ਸ਼ੰਕਾ ਪੈਦਾ ਹੋ ਗਿਆ, ਤੁਸੀਂ ਪ੍ਰਸ਼ਾਦਾ ਨਹੀਂ ਛਕ ਰਹੇ। ਗਰੀਬ ਨਿਵਾਜ ਪਾਤਸ਼ਾਹ ਜੀ
ਇਹ ਅਸਲ ਦੇ ਵਿੱਚ ਪਿਆਰ ਦੇ ਨਾਲ ਸਾਡੀ ਅਰਦਾਸ ਹੈ। ਨਿਖੇੜਾ ਕਰੋ ਕੀ ਗੱਲ ਹੈ, ਅੱਜ ਮਰਿਆਦਾ ਤੋਂ ਸਾਰਾ ਕੁਝ ਬਾਹਰ ਕਿਵੇਂ ਹੋ ਗਿਆ ਹੈ। ਬਿਰਧਾ ਤੇ ਤੁਮ ਲੀਨ ਸਭੋਜਨ, ਤਬ ਤੋ ਨਹੀਂ ਹੁਤੋ ਜਲ ਪਾਸ। ਤੇ ਕਹਿਣ ਲੱਗੇ ਬਿਰਧ ਮਾਤਾ ਦੇ ਕੋਲੋਂ ਤਾਂ ਤੁਸੀਂ ਭੋਜਨ ਲੈ ਕਰਕੇ ਛਕਿਆ ਹੈ, ਔਰ ਉਦੋਂ ਵੀ ਨਾ ਕੋਈ ਜਲ ਕੋਲ ਸੀਗਾ ਤੇ ਨਾ ਕੋਈ ਇਸੇ ਤਰ੍ਹਾਂ ਪੰਗਤ ਲਾਈ ਸੀ, ਨਾ ਕੋਈ ਪੀੜੇ ਤੇ ਬੈਠੇ ਸੀਗੇ। ਔਰ ਗਰੀਬ ਨਿਵਾਜ ਕੱਲ ਵੀ ਤਾਂ ਇਸੇ ਰੂਪ ਦੇ ਵਿੱਚ ਤੁਸੀਂ ਪ੍ਰਸ਼ਾਦਾ ਛਕਿਆ ਹੈ, ਬਿਰਧ ਮਾਤਾ ਦੇ ਕੋਲੋਂ ਸੁਣਿਆ ਹੈ, ਤੇ ਉਦੋਂ ਵੀ ਕੋਈ ਇਸ ਤਰ੍ਹਾਂ ਦੀ ਮਰਿਆਦਾ ਜਾਂ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਸੀਗਾ। ਔਰ ਅਸੀਂ ਸੁਣਿਆ ਹੈ ਇਸੇ ਤਰ੍ਹਾਂ ਘੋੜੇ ਤੇ ਚੜੇ ਚੜਾਇਆ ਹੀ ਤੁਸੀਂ ਪ੍ਰਸ਼ਾਦਾ ਛਕ ਰਹੇ ਸੀ, ਔਰ ਨਾ ਫਿਰ ਚੁਲੀ ਕਰਨ ਦਾ ਉਸ ਵੇਲੇ ਸਮਾਂ ਸੀਗਾ ਤੇ ਨਾ ਹੀ ਇਹੋ ਜਿਹਾ ਪ੍ਰਬੰਧ ਕੋਈ ਜਲ ਪਾਣ ਦਾ। ਤੇ ਗਰੀਬ ਨਿਵਾਜ ਸੇਵਕ ਤੁਹਾਡੇ ਕੋਲ ਸਨ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਨੇਤਰਾਂ ਦੇ ਨਾਲ। ਉਦੋਂ ਤਾਂ ਤੁਸੀਂ ਪ੍ਰਸ਼ਾਦਾ ਛਕ ਲਿਆ, ਪਰ ਅੱਜ ਤੁਸੀਂ ਉਲਟ ਗੱਲ ਕਰ ਰਹੇ ਹੋ। ਅੱਜ ਆਖ ਰਹੇ ਹੋ ਕਿ ਭਾਈ ਇਹ ਮਰਿਆਦਾ ਨਹੀਂ ਹੈ, ਇਸੇ ਤਰ੍ਹਾਂ ਪ੍ਰਸ਼ਾਦਾ ਛਕਿਆ ਨਹੀਂ ਜਾ ਸਕਦਾ, ਅਸੀਂ ਘੋੜੇ ਤੇ ਚੜ੍ਹੇ ਹੋਏ ਹਾਂ। ਗਰੀਬ ਨਿਵਾਜ ਇਹ ਦੋ ਤਰ੍ਹਾਂ ਦੇ ਵਿਚਾਰ ਕਿਵੇਂ ਹਨ। ਔਰ ਅਸੀਂ ਤਾਂ ਇਸੇ ਕਰਕੇ ਇਸ ਵੇਲੇ ਪ੍ਰਸ਼ਾਦਾ ਤਿਆਰ ਕਰਕੇ ਲੈ ਕਰਕੇ ਆਏ ਹਾਂ ਕਿ ਕੱਲ੍ਹ ਪਾਤਸ਼ਾਹ ਜੀ ਜਦੋਂ ਜਾ ਰਹੇ ਸਨ ਤੇ ਉਹਨਾਂ ਦੀ ਇੱਛਾ ਕਿ ਅੱਜ ਭੁੱਖ ਬੜੀ ਲੱਗੀ ਹੋਈ ਹੈ ਤੇ ਫਿਰ ਮੰਗ ਕੇ ਪ੍ਰਸ਼ਾਦਾ ਛਕਿਆ ਸੀਗਾ, ਉਹੀ ਸਮਾਂ ਹੈ। ਤੇ ਇਸੇ ਕਰਕੇ ਅੱਜ ਅਸੀਂ ਆਪ ਤਿਆਰ ਕਰਕੇ ਲੈ ਕਰਕੇ ਆਏ ਹਾਂ ਕਿ ਇਸ ਵੇਲੇ ਪਾਤਸ਼ਾਹ ਜੀ ਤੁਸੀਂ ਸਰੀਰ ਦੇ ਵਿੱਚ ਭੁੱਖ ਮਹਿਸੂਸ ਕਰਦੇ ਹੋ ਤੇ ਮੰਗ ਕੇ ਪ੍ਰਸ਼ਾਦਾ ਕੱਲ੍ਹ ਛਕਿਆ ਹੈ। ਤੇ ਗਰੀਬ ਨਿਵਾਜ ਉਸੇ ਹੀ ਸਮੇਂ ਦੇ ਨਾਲ ਅਸੀਂ ਪਹੁੰਚੇ ਹਾਂ। ਸਤਿਗੁਰੂ ਜੀ ਉਹ ਪ੍ਰਸ਼ਾਦਾ ਤੁਸਾਂ ਛਕ ਲਿਆ, ਉਹ ਛਕਣਾ ਕਿਵੇਂ ਸਹੀ ਸੀਗਾ? ਉਹ ਪ੍ਰਸ਼ਾਦਾ ਤੁਸੀਂ ਮੰਗ ਕੇ ਛਕ ਰਹੇ ਸੀ ਬੈਠ ਕੇ ਘੋੜੇ ਤੇ। ਕਹਿਣ ਲੱਗੇ ਉਹ ਛਕਣਾ ਉਚਿਤ ਸੀਗਾ ਤੇ ਇਹ ਛਕਣਾ ਉਚਿਤ ਨਹੀਂ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿਣ ਲੱਗੇ ਹੇ ਸਤਿਗੁਰੂ ਜੀ ਗੱਲ ਸਮਝ ਦੇ ਵਿੱਚ ਨਹੀਂ ਪਈ, ਕੱਲ੍ਹ ਉਚਿਤ ਸੀਗਾ ਮੰਗ ਕੇ ਛਕਿਆ ਹੈ, ਔਰ ਅੱਜ ਕਹਿ ਰਹੇ ਹੋ ਕਿ ਇਸ ਤਰ੍ਹਾਂ ਪ੍ਰਸ਼ਾਦਾ ਛਕੀਦਾ ਨਹੀਂ ਹੈ। ਹੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਮਝਾਵੋ। ਸ਼ੰਕਾ ਹੈ ਸਭ ਕੇ ਮਨ ਮੈਂ, ਪੁੱਤਰ ਦੀਜੈ ਕਰੋ ਉਚਾਰ। ਸਤਿਗੁਰੂ ਜੀ ਬੇਅੰਤ ਜਾਣਿਆਂ ਦੇ ਮਨ ਦੇ ਵਿੱਚ ਇਹ ਸ਼ੰਕਾ ਪੈਦਾ ਹੋਇਆ ਹੈ ਕਿ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ। ਤੇ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਹੁਣ ਇਹ ਸਾਰਾ ਕੁਝ ਸਮਝਾਵੋ। ਸੰਗਤਾਂ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਇਆ ਹੈ, ਉਸ ਨੂੰ ਨਿਵਰਤ ਕਰੋ ਜੀ। ਆਪਣੇ ਚਿੱਤ ਸ਼ਾਂਤੀ ਹੋਏ ਤਬ ਹੀ, ਨਾਹੀਂ ਤਾਂ ਕੁਛ ਕਰੇ ਵਿਚਾਰ। ਕਹਿਣ ਲੱਗੇ ਕਿ ਤਾਂ ਸਾਡੇ ਜਾ ਕਰਕੇ ਮਨ ਦੇ ਵਿੱਚ ਸ਼ਾਂਤੀ ਹੋਏਗੀ। ਗਰੀਬ ਨਿਵਾਜ ਹੁਣ ਤਾਂ ਥੋੜ੍ਹਾ ਜਿਹਾ ਸਾਨੂੰ ਸਪਸ਼ਟ ਕਰ ਹੀ ਦਿਓ, ਸਮਝਾਈ ਦਿਓ। ਸਾਡੇ ਮਨਾਂ ਦੇ ਵਿੱਚ ਇਹ ਖਿਆਲ ਹੈ। ਜਾਨੋ ਦਾਸ ਪ੍ਰਕਾਸ਼ ਆਛਾ, ਸਭ ਕੇ ਹਿਰਦੇ ਹੋਏ ਨਿਰਤਾਰ। ਕਹਿਣ ਲੱਗੇ ਕਿ ਸਤਿਗੁਰੂ ਜੀ ਜਾਨੋ ਦਾਸ ਪ੍ਰਕਾਸ਼ੋ ਆਛਾ ਹੈ। ਕਹਿਣ ਲੱਗੇ ਆਪਣੇ ਦਾਸ ਜਾਣ ਕਰਕੇ। ਹੇ ਗਰੀਬ ਨਿਵਾਜ ਪਾਤਸ਼ਾਹ ਜੀ ਅਸੀਂ ਨਿਮਾਣੇ ਜੇ ਦਾਸ ਹਾਂ ਤੇ ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਵੀ ਬੇਨਤੀ ਹੈ। ਇਹ ਪ੍ਰਕਾਸ਼ ਗਿਆਨ ਦੇਵੋ, ਸਭ ਕੇ ਹਿਰਦੇ ਹੋਏ ਨਿਰਧਾਰ। ਸਾਰਿਆਂ ਨੂੰ ਗੱਲ ਸਮਝ ਦੇ ਵਿੱਚ ਪੈ ਜਾਵੇ, ਬੈਠ ਜਾਵੇ। ਸਾਰੇ ਦੁਬਿਧਾ ਦੇ ਵਿੱਚ ਫਸੇ ਹੋਏ ਹਨ, ਮਨਾਂ ਦੇ ਵਿੱਚ ਸ਼ੰਕਾ ਹੈ। ਸ੍ਰੀ ਹਰਿ ਰਾਏ ਭਲਿਓ ਸੁਨ ਸਿੱਖੋ, ਬਿਰਧਾ ਕਰਿਓ ਪੁਨੀਤ ਆਹਾਰ। ਔਰ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਉਸ ਵੇਲੇ ਫਿਰ ਉਹਨਾਂ ਸੇਵਕਾਂ ਦੀ ਪਿਆਰਿਆਂ ਦੀ ਗੱਲ ਸੁਣੀ ਹੈ ਤੇ ਸਤਿਗੁਰਾਂ ਨੇ ਫਿਰ ਬੜੇ ਪਿਆਰ ਦੇ ਨਾਲ ਸਾਰਿਆਂ ਨੂੰ ਕੋਲ ਸੱਦਿਆ, ਬੁਲਾਇਆ, ਬਚਨ ਕੀਤਾ। ਕਹਿਣ ਲੱਗੇ ਕਿ ਸ਼੍ਰੀ ਹਰਿ ਰਾਏ ਭਣਿਓ ਸੁਣ ਸਿੱਖੋ, ਧਿਆਨ ਦੇ ਨਾਲ ਸੁਣੋ। ਬਿਰਧਾ ਕਰਿਓ ਪੁਨੀਤ ਆਹਾਰ, ਮਾਤਾ ਨੇ
ਬੜਾ ਪਵਿੱਤਰ ਤੇ ਬੜੀ ਭਾਵਨਾ ਸ਼ਰਧਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਸੀਗਾ। ਮਨ ਸ਼ੁੱਧ ਭਗਤ ਭਾਏ ਸੰਜੁਗਤੈ ਨਿਮਰ ਭੂਤ ਪੁਰ ਪ੍ਰੀਤੀ ਧਾਰ। ਤੇ ਕਈਆਂ ਦਿਨਾਂ ਤੋਂ ਉਹਦੇ ਅੰਦਰ ਲਗਾਤਾਰ ਇਹ ਅਰਦਾਸ ਸੀਗੀ, ਇੱਛਾ ਸੀਗੀ ਕਿ ਕੋਈ ਮੇਰੇ ਘਰ ਦੇ ਵਿੱਚ ਪ੍ਰਬੰਧ ਹੋਵੇ ਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਛਕਾਵਾਂ। ਤੇ ਕਹਿਣ ਲੱਗੇ ਕਿ ਫਿਰ ਉਸ ਮਾਤਾ ਨੇ ਮਨ ਸ਼ੁੱਧ ਭਗਤ ਭਾਏ ਸੰਯੁਗਤੇ, ਕਹਿਣ ਲੱਗੇ ਸ਼ੁੱਧ ਮਨ ਦੇ ਨਾਲ, ਕਈ ਦਿਨਾਂ ਦੀ ਮਾਤਾ ਦੀ ਅਰਦਾਸ ਸੀਗੀ, ਕਈ ਦਿਨਾਂ ਦੀ। ਔਰ ਕਹਿਣ ਲੱਗੇ ਕਿ ਫਿਰ ਉਸ ਮਾਤਾ ਨੇ ਮਿਹਨਤ ਕੀਤੀ ਤੇ ਬੜੀ ਪ੍ਰੀਤ ਧਾਰਨ ਕਰਕੇ ਉਸ ਮਾਤਾ ਨੇ ਪ੍ਰਸ਼ਾਦਾ ਤਿਆਰ ਕੀਤਾ ਸੀ ਤੇ ਮਨ ਦੇ ਵਿੱਚ ਕਈ ਅਰਦਾਸ ਕਰਕੇ ਯਾਦ ਕਰਦੇ ਸਨ। ਮਿਹਨਤ ਨਿਜ ਕਰਤੇ ਹਿਤ ਕਰ ਸਗਰੇ ਦਿਵਸ ਲਿਖੈ ਸ਼ੁਭਕਾਰ। ਔਰ ਕਹਿਣ ਲੱਗੇ ਫਿਰ ਇਸ ਉਮਰ ਦੇ ਵਿੱਚ ਉਸ ਮਾਤਾ ਨੇ ਮਿਹਨਤ ਕੀਤੀ ਤੇ ਕੁਝ ਪੈਸੇ ਇਕੱਤਰ ਕੀਤੇ ਤੇ ਖਰੀਦ ਕਰਕੇ ਥੋੜਾ ਜਿਹਾ ਕੁਝ ਸਮਾਨ ਘਰ ਦੇ ਵਿੱਚ ਲੈ ਕਰਕੇ ਆਏ ਤੇ ਕਹਿਣ ਲੱਗੇ ਨਾਲ ਨਾਲ ਅਰਦਾਸਾਂ ਕਰ ਰਹੇ ਸਨ। ਪ੍ਰਸ਼ਾਦਾ ਤਿਆਰ ਕੀਤਾ। ਕਰ ਮਿਹਨਤ ਨਿਜ ਕਰਤੇ ਹਿਤ ਕਰ ਸਗਲੇ ਦਿਵਸ ਵਿਖੇ ਸ਼ੁਭਕਾਰ। ਤੇ ਸਾਰਾ ਦਿਨ ਲਿੰਮਾ ਪੋਚੀ ਕਰਦਿਆਂ, ਘਰ ਨੂੰ ਪਵਿੱਤਰ ਕਰਦਿਆਂ, ਸਾਫ਼ ਕਰਦਿਆਂ, ਜਾਪ ਕਰਦਿਆਂ, ਸਿਮਰਨ ਕਰਦਿਆਂ, ਕਹਿਣ ਲੱਗੇ ਉਸ ਮਾਤਾ ਨੇ ਸਾਰਾ ਦਿਨ ਧਿਆਨ ਜੋੜੀ ਰੱਖਿਆ ਸਾਡੇ ਨਾਲ ਔਰ ਮਨ ਦੇ ਵਿੱਚ ਅਰਦਾਸਾਂ ਕਰ ਰਹੇ ਸਨ, ਹੇ ਪਾਤਸ਼ਾਹ ਗਰੀਬਾਂ ਨਿਵਾਜ ਅੱਜ ਪ੍ਰਸ਼ਾਦਾ ਸਾਡੇ ਕੋਲੋਂ ਛਕਿਓ। ਗਰੀਬਾਂ ਨਿਵਾਜ ਪਾਤਸ਼ਾਹ ਜੀ ਅੱਜ ਇੱਥੋਂ ਆਣ ਕੇ ਤੁਸੀਂ ਪ੍ਰਸ਼ਾਦਾ ਗ੍ਰਹਿਣ ਕਰਨਾ ਹੈ। ਇਸ ਕਰਕੇ ਹੇ ਸਿੱਖੋ, ਮਾਤਾ ਦੀਆਂ ਕਈ ਦਿਨਾਂ ਦੀ ਮਿਹਨਤ ਤੇ ਕਈ ਲੰਮੇ ਸਮੇਂ ਦੀ ਇਹ ਅਰਦਾਸ, ਇਹ ਇੱਛਾ ਸੀਗੀ। ਤੇ ਅਨਮੋਲ ਕਰ ਆਨਿਓ ਅਤ ਪਵਿੱਤਰ ਹੋਏ ਸਭ ਕਰ ਕਾਰ। ਔਰ ਕਹਿਣ ਲੱਗੇ ਫਿਰ ਖਰੀਦ ਕੇ ਥੋੜਾ ਜਿਹਾ ਰਾਸ਼ਨ ਮਾਤਾ ਨੇ ਲਿਆਂਦਾ ਤੇ ਕਹਿਣ ਲੱਗੇ ਫਿਰ ਬੜੀ ਪਵਿੱਤਰਤਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਪ੍ਰਸ਼ਾਦਾ ਮਾਤਾ ਨੇ ਤਿਆਰ ਕੀਤਾ ਹੈ। ਕਹਿਣ ਲੱਗੇ ਸਾਡੇ ਮਨ ਦੇ ਵਿੱਚ ਲਾਲਚ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਪ੍ਰਸ਼ਾਦਾ ਛਕੀਏ ਜਾਂ ਘੋੜੇ ਤੇ ਬੈਠ ਕੇ ਛਕੀਏ। ਕਹਿਣ ਲੱਗੇ ਇਹ ਇੱਛਾ ਨਹੀਂ ਹੈ, ਪਰ ਨਹਿ ਖੈਬੇ ਕਹੋ ਲਾਲਚ ਹਮਰੇ ਰੇਰੋਂ ਪ੍ਰੇਮ ਜਹਾਂ ਅਧਿਕਾਏ। ਪਰ ਮੈਂ ਖਿੱਚਿਆ ਜਾਂਦਾ ਹਾਂ ਜਦੋਂ ਕਈ ਵਾਰੀ ਭਾਵਨਾ ਵਾਲੇ ਗੁਰੂ ਕਿਸੇ ਕਿਸ ਢੰਗ ਦੇ ਨਾਲ ਯਾਦ ਕਰਦੇ ਹਨ ਨਾ, ਫਿਰ ਸਾਡੇ ਕੋਲੋਂ ਵੀ ਰਿਹਾ ਨਹੀਂ ਜਾਂਦਾ ਤੇ ਉਹਨਾਂ ਸੇਵਕਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਕਈ ਵਾਰੀ ਇਸ ਤਰ੍ਹਾਂ ਜਾਣਾ ਪੈਂਦਾ ਹੈ, ਕਈ ਵਾਰੀ ਉਹਨਾਂ ਕੋਲ ਇਸ ਅਵਸਥਾ ਦੇ ਵਿੱਚ ਪਹੁੰਚਣਾ ਪੈਂਦਾ ਹੈ ਤੇ ਸੇਵਕਾਂ ਦੀ ਜਿਸ ਤਰ੍ਹਾਂ ਦੀ ਇੱਛਾ ਭਾਵਨਾ ਹੋਵੇ, ਸ਼ਰਧਾ ਹੋਵੇ, ਉਹਨੂੰ ਉਸ ਢੰਗ ਦੇ ਨਾਲ ਸੰਪੂਰਨ ਕਰਨਾ ਹੀ ਪੈਂਦਾ, ਕਿਉਂਕਿ ਅਸੀਂ ਪ੍ਰੇਮ ਦੇ ਬੱਝੇ ਹੋਏ ਹਾਂ, ਅਸੀਂ ਪ੍ਰੇਮ ਦੇ ਭੁੱਖੇ ਹਾਂ। ਜਦੋਂ ਫਿਰ ਸ਼ਰਧਾ ਆ ਜਾਵੇ, ਜਦੋਂ ਪ੍ਰੇਮ ਹੀ ਇਤਨਾ ਹੋ ਜਾਵੇ, ਉਦੋਂ ਫਿਰ ਕਈ ਵਾਰ ਜਿਹੜਾ ਸੇਵਕ ਹੈ ਉਹਦਾ ਥੋੜਾ ਵੀ ਸਾਦਾ ਵੀ ਜਿਹੜਾ ਹੈ ਉਹ ਸਾਨੂੰ ਬੜਾ ਆਨੰਦ ਦਿੰਦਾ ਹੈ, ਅਸੀਂ ਬੜੀ ਪ੍ਰਸੰਨਤਾ ਦੇ ਨਾਲ ਛਕਦੇ ਹਾਂ। ਪਰ ਜੇ ਨਿਮਰਤਾ ਹੋਵੇ, ਕਿਰਤ ਕਮਾਈ ਹੋਵੇ ਤੇ ਭਾਵਨਾ ਵੀ ਹੋਵੇ, ਮਨ ਦੇ ਵਿੱਚ ਜੇ ਭਾਵਨਾ ਹੋਵੇ ਫਿਰ ਅਸੀਂ ਆਪ ਚੱਲ ਕੇ ਜਾਂਦੇ ਹਾਂ। ਭਗਤ ਤੇ ਸਵਾਦ ਹੋਵੇ ਮੁਝ ਅਚਾਂ ਪਹੁੰਚ ਕੇ ਹੋਏ ਜਿਵ ਥਾਏ। ਤੇ ਕਹਿਣ ਲੱਗੇ ਜਿਹੜੇ ਪ੍ਰੇਮ ਧਾਰਨ ਕਰਦੇ ਹਨ ਤੇ ਪ੍ਰੇਮ ਦੇ ਨਾਲ ਕੁਝ ਵੀ ਉਹ ਸੇਵਾ ਕਰਨ, ਉਹ ਸਿਮਰਨ ਕਰਨ ਜਾਂ ਸਾਡੇ ਕੋਲ ਆਉਣ ਜਾਂ ਸਾਨੂੰ ਯਾਦ ਕਰਨ। ਪਾਤਸ਼ਾਹ ਜੀ ਨੇ ਬਚਨ ਕੀਤਾ, ਪ੍ਰੇਮ ਭਗਤ ਤੇ ਸਵਾਦ ਹੋਏ ਮੁਝ ਅਚੋਂ। ਜਦੋਂ ਕੋਈ ਭਾਵਨਾ ਦੇ ਨਾਲ ਕੁਛ ਇਸ ਤਰ੍ਹਾਂ ਤਿਆਰ ਕਰਦਾ ਹੈ, ਉਹਦਾ ਆਨੰਦ ਹੀ ਵੱਖਰਾ ਹੈ, ਸਵਾਦ ਹੀ ਵੱਖਰਾ ਹੈ ਤੇ ਉਹਨੂੰ ਛਕਣ ਵਾਸਤੇ ਤਾਂ ਅਸੀਂ ਖੁਦ ਜਾਣ ਨੂੰ ਤਿਆਰ, ਅਸੀਂ ਆਪ ਚਲੇ ਜਾਂਦੇ ਹਾਂ। ਤੇ ਕਹਿਣ ਲੱਗੇ ਪ੍ਰੇਮ ਭਗਤ ਤੇ ਸਵਾਦ ਹੋਏ ਮੁਝ ਅਚੋਂ ਪਹੁੰਚ ਕੇ ਹੋਏ ਜਿਸ ਥਾਏ। ਕਹਿਣ ਲੱਗੇ ਜਿਹੜੇ ਪ੍ਰੇਮ ਦੇ ਨਾਲ ਯਾਦ ਕਰਦੇ ਆ ਨਾ, ਉੱਥੇ ਤਾਂ ਅਸੀਂ ਵੀ ਖਿੱਚੇ ਹੋਏ ਚਲੇ ਜਾਂਦੇ ਆ। ਜਿੱਥੇ ਕੋਈ ਯਾਦ ਕਰੇ ਉੱਥੇ ਅਸੀਂ ਆਪ ਪਹੁੰਚਦੇ ਹਾਂ। ਲਾਜ ਨਾ ਆਏ ਕਰਨ ਕਰਾਂਤ ਹੈ ਧਰਮ ਪ੍ਰੀਤ ਕੇ ਬਸ ਸਤ ਭਾਏ। ਔਰ ਇਸ ਗੱਲ ਦੇ ਵਿੱਚ ਭੋਰਾ ਵੀ ਸ਼ਰਮ ਨਹੀਂ ਹੈ,
ਇਸ ਗੱਲ ਦੇ ਵਿੱਚ ਕੋਈ ਨੀਚਤਾ ਨਹੀਂ ਹੈ ਕਿ ਜਦੋਂ ਕੋਈ, ਹੁਣ ਦੇਖੋ ਕਈ ਵਾਰ ਕੋਈ ਬੰਦਾ ਵੱਡਾ ਹੋਵੇ ਨਾ, ਵੱਡਾ ਥੋੜ੍ਹਾ ਜਿਹਾ, ਅਤੇ ਉਹ ਕਈ ਵਾਰੀ ਗਰੀਬ ਦੇ ਨਾਲ ਮਿੱਤਰਤਾ ਹੀ ਕਰਨ ਲੱਗਿਆਂ, ਉਹਦੇ ਘਰ ਜਾਣ ਲੱਗਿਆਂ ਪਰਹੇਜ਼ ਕਰਦਾ ਹੈ ਕਿ ਮੇਰੇ ਕੋਲ ਅਹੁਦਾ ਹੈ, ਮੈਂ ਇਤਨਾ ਵੱਡਾ ਹਾਂ, ਉਹ ਕੋਈ ਮੇਰੇ ਕੋਲ ਚੱਲ ਕੇ ਆਵੇ, ਮੈਂ ਕਿਉਂ ਕਿਸੇ ਦੇ ਘਰ ਜਾਵਾਂ। ਕਈ ਤਰ੍ਹਾਂ ਦੇ ਮਨ ਦੇ ਵਿੱਚ ਹੰਕਾਰ, ਹਉਮੈ ਹੈ। ਆਪ ਤੋਂ ਜਿਹੜਾ ਵੱਡਾ ਉਹਦੇ ਕੋਲ ਤਾਂ ਹਰ ਕੋਈ ਭੱਜ ਭੱਜ ਕੇ ਜਾਂਦਾ ਹੈ। ਛੋਟੇ ਦੇ ਘਰ ਦੇ ਵਿੱਚ ਛੋਟੇ ਨਾਲ ਸਨੇਹ ਕਰਨਾ, ਛੋਟੇ ਦਾ ਸਤਿਕਾਰ ਕਰਨਾ, ਗਰੀਬ ਦਾ, ਇਹ ਕੇਵਲ ਗੁਰੂ ਦੇ ਹਿੱਸੇ ਦੇ ਵਿੱਚ ਆਉਂਦਾ ਹੈ। ਬੰਦਾ ਬੰਦਿਆਂ ਦੇ ਨਾਲ, ਵੱਡਿਆਂ ਦੇ ਨਾਲ ਮਿੱਤਰਤਾ ਕਰਦਾ ਹੈ। ਦੱਸਦੇ ਆਪਾਂ ਸਾਰੇ, ਕਦੀ ਦੱਸਿਆ ਕਿਸੇ ਨੂੰ ਕਿ ਮੇਰੀ ਫਲਾਣੀ ਗਰੀਬ ਦੇ ਨਾਲ ਬੜੀ ਪਿਆਰ ਹੈ, ਸਨੇਹ ਹੈ? ਨਹੀਂ। ਇਹ ਦੱਸਾਂਗੇ ਕਿ ਫਲਾਣਾ ਜਿਹੜਾ ਅਫਸਰ ਹੈ ਨਾ, ਫਲਾਣਾ ਜਿਹੜਾ ਮੰਤਰੀ ਹੈ, ਉਹ ਸਾਡਾ ਰਿਸ਼ਤੇਦਾਰ ਹੈ, ਉਹ ਸਾਡਾ ਸਾਕ ਸੰਬੰਧੀ ਹੈ। ਕੋਈ ਵੱਡਾ ਹੋਵੇ ਅਤੇ ਉਹਨੂੰ ਆਪਾਂ ਨਾਮ ਹੀ ਰਿਸ਼ਤੇਦਾਰੀ ਜੁੜਦੀ ਹੋਵੇ, ਧੱਕੇ ਨਾਲ ਹੀ ਜੋੜ ਕੇ ਦੂਜਿਆਂ ਦਾ ਸਿਰ ਖਾਈ ਜਾਵਾਂਗੇ। ਉਹ ਸਾਡਾ ਇੰਝ ਲੱਗਦਾ, ਉਹ ਸਾਡਾ ਐਂ ਹੈ, ਉਹ ਸਾਡੇ ਪਰਿਵਾਰ ਦੇ ਵਿੱਚੋਂ ਹੈ, ਉਹ ਸਾਨੂੰ ਮਿਲਿਆ ਸੀ, ਬੜੀ ਗੂੜੀ ਮਿੱਤਰਤਾ ਹੀ ਸਾਡੇ ਦੇ। ਪਰ ਕੋਈ ਗਰੀਬ ਹੋਵੇ ਨਾ, ਗਰੀਬ ਆ, ਉਹਦੇ ਨਾਲ ਕਈ ਵਾਰੀ ਰਿਸ਼ਤੇਦਾਰੀ ਹੋਵੇ ਅਤੇ ਬੰਦਾ ਤਾਂ ਵੀ ਪਾਸਾ ਵੱਟਦਾ ਹੈ ਕਿ ਕੋਈ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਆਹ ਇਹਦਾ ਰਿਸ਼ਤੇਦਾਰ ਹੈ। ਉਹਦੇ ਲਾਗੇ ਖੜਨ ਤੋਂ ਵੀ ਕਈ ਵਾਰੀ ਪਰਹੇਜ਼ ਕੀਤਾ ਜਾਂਦਾ। ਦੁਨੀਆ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਪਰ ਜਿਹੜਾ ਗੁਰੂ ਹੈ ਨਾ, ਗੁਰੂ ਗਰੀਬ ਨਿਵਾਜ ਹੈ। ਗੁਰੂ ਤਾਂ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਸਤਿਗੁਰਾਂ ਦਾ ਗੁਰਬਾਣੀ ਦਾ ਬਚਨ ਹੈ ਕਿ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਅਸੀਂ ਤਾਂ ਜਿਹੜਾ ਗਰੀਬ ਹੈ, ਜਿਹਦੇ ਅੰਦਰ ਭਾਵਨਾ ਹੈ, ਜਿਹਦੇ ਅੰਦਰ ਸ਼ਰਧਾ ਹੈ, ਉਹਦੇ ਅਸੀਂ ਸਾਥੀ ਹਾਂ, ਵੱਡਿਆਂ ਦੇ ਦਈ। ਜਿਹੜਾ ਨੀਵਾਂ ਹੈ, ਜਿਹਦੇ ਅੰਦਰ ਨਿਮਰਤਾ ਹੈ, ਅਤੇ ਜਿਹੜਾ ਕਿਰਤ ਕਮਾਈ ਕਰਨ ਵਾਲਾ ਹੈ, ਭਾਵੇਂ ਸਧਾਰਨ ਘਰ ਹੈ, ਜਾਤ ਕਰਕੇ ਭਾਵੇਂ ਬੰਦਾ ਛੋਟਾ ਹੋਵੇ, ਜਾਇਦਾਦ ਕਰਕੇ ਭਾਵੇਂ ਛੋਟਾ ਹੋਵੇ, ਪਰ ਜੇ ਪ੍ਰੇਮੀ ਹੈ ਨਾ, ਗੁਰੂ ਕੇ ਚਰਨਾਂ ਦੇ ਨਾਲ ਸਨੇਹ ਕਰਨ ਵਾਲਾ ਹੈ। ਆਪਾਂ ਕਈ ਵਾਰੀ ਉਦਾਹਰਨ ਸਾਂਝੀ ਕਰਦੇ ਹਾਂ ਕਿ ਇੱਕ ਪਾਸੇ ਮਲਕ ਭਾਗੋ ਸੀ, ਜਿਹਦੇ ਉੱਚੇ ਉੱਚੇ ਚੁਬਾਰੇ ਸੀਗੇ ਅਤੇ ਬੜੇ ਬੜੇ ਸੋਹਣੇ ਪਕਵਾਨ ਸਨ। ਪਰ ਗੁਰੂ ਨਾਨਕ ਦੇਵ ਜੀ ਕਈ ਸਨੇਹ ਮਲਕ ਭਾਗੋ ਦੇ ਕੋਲੋਂ ਆਏ, ਪਾਤਸ਼ਾਹ ਜੀ ਨਹੀਂ ਗਏ, ਅਤੇ ਭਾਈ ਲਾਲੋ ਜੀ ਦਾ ਕੁੰਡਾ ਗੁਰੂ ਨਾਨਕ ਸਾਹਿਬ ਜੀ ਆਪ ਜਾ ਕੇ ਖੜਕਾਇਆ ਕਰਦੇ ਸਨ, ਭਾਈ ਲਾਲੋ ਬੂਹਾ ਖੋਲ੍ਹ, ਅਸੀਂ ਆ ਗਏ ਹਾਂ। ਉਹ ਗਰੀਬ ਸੀਗਾ, ਸੁੱਕੀ ਰੋਟੀ ਹੈ ਘਰ ਦੇ ਵਿੱਚ, ਕੋਈ ਬਹੁਤੇ ਗੁਰੂ ਨਾਨਕ ਸਾਹਿਬ ਜੀ ਵਾਸਤੇ ਪਕਵਾਨ ਨਹੀਂ ਤਿਆਰ ਕਰ ਸਕਦਾ, ਨਾ ਇਤਨੀ ਸਮਰੱਥਾ ਹੈ। ਪਰ ਪਾਤਸ਼ਾਹ ਜੀ ਆਪ ਪਹੁੰਚਦੇ ਸਨ। ਕਦੇ ਲਾਲੋ ਨਹੀਂ ਸੁਨੇਹਾ ਭੇਜਦਾ ਸੀਗਾ, ਮਲਕ ਭਾਗੋ ਭੇਜਦਾ ਸੀਗਾ, ਪਰ ਪਾਤਸ਼ਾਹ ਜੀ ਨਹੀਂ ਗਏ। ਜੇ ਗਏ ਵੀ ਨਾ ਇੱਕ ਵਾਰੀ, ਅਤੇ ਇਹ ਕਹਿ ਕੇ ਆਏ, ਕਹਿਣ ਲੱਗੇ, ਹੇ ਮਲਕ ਭਾਗੋ, ਠੀਕ ਹੈ ਲੋਕ ਤੇਰੇ ਇਸ ਵੱਡੱਪਣ ਦੀ ਉਸਤਤ ਕਰਦੇ ਹੋਣਗੇ, ਪਰ ਹੇ ਮਲਕ ਭਾਗੋ, ਸਾਨੂੰ ਤੇਰੇ ਪਕਵਾਨਾਂ ਦੇ ਵਿੱਚੋਂ ਘਿਓ ਨਜ਼ਰ ਨਹੀਂ ਆ ਰਿਹਾ, ਸਾਨੂੰ ਤਾਂ ਖੂਨ ਨਜ਼ਰ ਆ ਰਿਹਾ ਹੈ। ਪਰਾਇਆ ਹੱਕ ਮਾਰ ਕੇ, ਧੱਕਾ ਕਰਕੇ, ਛਲ ਕਪਟ ਕਰਕੇ ਸਾਰਾ ਕੁਛ ਬਣਾਇਆ ਹੈ, ਸਾਨੂੰ ਪ੍ਰਵਾਨ ਨਹੀਂ ਹੈ। ਅਸੀਂ ਤਾਂ ਸਧਾਰਨ ਗੁਰੂ ਕੇ ਪਿਆਰਿਆਂ ਦੇ ਅਤੇ ਜਿਹੜੇ ਧਰਮ ਦੇ ਰਸਤੇ 'ਤੇ ਚੱਲਦੇ ਹੋ, ਉਹਨਾਂ ਦੇ ਸਾਥੀ ਹਾਂ। ਭਾਵ ਇਹ ਹੈ, ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਬਚਨ ਕਰ ਰਹੇ ਹਨ ਸੰਗਤਾਂ ਦੇ ਨਾਲ। ਕਹਿਣ ਲੱਗੇ, ਹੇ ਗੁਰਮੁਖੋ, ਉਸ ਮਾਤਾ ਦੇ ਅੰਦਰ ਨਿਮਰਤਾ ਔਰ ਹੱਥੀਂ ਮਿਹਨਤ ਕੀਤੀ ਹੈ, ਕਿਰਤ ਕੀਤੀ ਹੈ, ਅਤੇ ਕਈਆਂ ਦਿਨਾਂ ਦੀ ਅਰਦਾਸ ਸੀਗੀ, ਇਸ ਕਰਕੇ ਅਸੀਂ ਆਪ ਚੱਲ ਕੇ ਆਏ ਹਾਂ, ਅਤੇ ਸਾਨੂੰ ਇਹਦੇ ਵਿੱਚ ਸ਼ਰਮ ਨਹੀਂ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਹਿਚਕ ਨਹੀਂ ਹੈ। ਲਾਜ ਨਾ ਆਏ ਅਕਰਨ ਕਰੋ। ਕਹਿਣ ਲੱਗੇ, ਨਾ ਤਾਂ ਕੋਈ ਸਾਨੂੰ ਸ਼ਰਮ ਮਹਿਸੂਸ ਹੋਈ ਹੈ, ਨਾ ਹੀ ਇਹਦੇ ਵਿੱਚ ਕੋਈ ਆਕੜ ਹੈ। ਅਤੇ ਬਚਨ ਕੀਤਾ, ਕਹਿਣ ਲੱਗੇ, ਧਰੋ ਹੋ ਪ੍ਰੀਤ ਕੇ ਬਸ ਸਤ ਭਾਏ। ਅਸੀਂ ਤਾਂ ਪ੍ਰੀਤ ਦੇ ਵਿੱਚ ਬੱਝੇ ਹੋਏ ਹਾਂ, ਪ੍ਰੇਮ ਦੀਆਂ ਡੋਰਾਂ ਪਾ ਕੇ ਸਾਨੂੰ ਜਦੋਂ ਕੋਈ ਖਿੱਚ ਲੈਂਦਾ ਹੈ, ਫਿਰ ਅਸੀਂ ਆਪ ਉਹਨਾਂ ਦੇ ਕੋਲ ਚਲੇ ਜਾਂਦੇ ਹਾਂ, ਸਾਨੂੰ ਵੀ ਪਤਾ ਨਹੀਂ ਲੱਗਦਾ। ਭਗਤ ਜਦੋਂ ਕੋਈ ਪਰਮਾਤਮਾ ਨੂੰ ਯਾਦ ਕਰਦਾ ਹੈ ਨਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਗੁਰੂ ਤਾਂ ਪਰਮਾਤਮਾ ਦਾ ਬਸ ਪ੍ਰੇਮ ਦਾ ਭੁੱਖਾ ਹੈ, ਕੋਈ ਸ਼ਰਧਾ ਪ੍ਰੇਮ ਧਾਰਨ ਕਰਕੇ ਤਾਂ ਦੇਖੇ। ਹੁਣ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ,
ਅਸੀਂ ਆਪ ਚੱਲ ਕੇ ਜਾਂਦੇ ਆ, ਪਰ ਜਿਨ੍ਹਾਂ ਦੇ ਅੰਦਰ ਸ਼ਰਧਾ ਹੁੰਦੀ ਹੈ। ਇਹ ਸਨਾਤਨ ਧਰਮ ਸੁਭਾਏ ਕਹੋ ਸਗਲ ਜੁਗਨ ਮੈਂ ਕਰਤੋ ਆਏ। ਔਰ ਕਹਿਣ ਲੱਗੇ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਇਹ ਮੁੱਢ ਕਦੀਮਾ ਤੋਂ ਗੁਰੂਆਂ ਦਾ, ਪੀਰਾਂ ਦਾ, ਅਵਤਾਰਾਂ ਦਾ ਇਹੋ ਜਿਹਾ ਜੀਵਨ ਰਿਹਾ ਹੈ। ਜਿਨ੍ਹਾਂ ਜਿਨ੍ਹਾਂ ਨੇ ਕਿਸੇ ਨੇ ਸ਼ਰਧਾ ਦੇ ਨਾਲ ਯਾਦ ਕੀਤਾ ਹੈ ਨਾ, ਜਿਨ੍ਹਾਂ ਨੇ ਕਹਿਣ ਲੱਗੇ ਉਹਨਾਂ ਦੇ ਉਹ ਉੱਥੇ ਪਹੁੰਚੇ ਹਨ ਤੇ ਹਮੇਸ਼ਾ ਗਰੀਬਾਂ ਨੂੰ ਨਿਵਾਜਿਆ ਗਿਆ ਹੈ। ਪ੍ਰੀਤ ਪ੍ਰਤੀਤ ਹੋਏ ਕੋ ਪਿਆਰੀ ਕਿਰਿਆ ਪ੍ਰੇਮ ਕੀ ਨਿਆਰੀ ਸਾਰ। ਕਹਿਣ ਲੱਗੇ ਪ੍ਰੀਤ, ਪਿਆਰ, ਨਿਮਰਤਾ ਸਾਨੂੰ ਸਾਰਿਆਂ ਨਾਲੋਂ ਪਿਆਰੀ ਹੈ, ਚੰਗੀ ਹੈ। ਪ੍ਰੀਤ ਪ੍ਰਤੀਤ ਮੋਹਿ ਕੋ ਪਿਆਰੀ, ਸਤਿਗੁਰਾਂ ਨੇ ਬਚਨ ਕੀਤਾ। ਕਹਿਣ ਲੱਗੇ ਕਿਰਿਆ ਪ੍ਰੇਮ ਕੀ ਨਿਆਰੀ ਸਾਰ। ਜਿਹੜੀ ਪ੍ਰੇਮ ਦੀ ਕਿਰਿਆ ਹੈ ਨਾ, ਇਹ ਸਾਰਿਆਂ ਦੇ ਨਾਲੋਂ ਵੱਖਰੀ ਹੈ, ਵਿਸ਼ਾਲ ਹੈ। ਕਿਰਿਆ ਪ੍ਰੇਮ ਕੀ ਨਿਆਰੀ ਸਾਰ, ਇਹ ਸਾਰਿਆਂ ਨਾਲੋਂ ਸ੍ਰੇਸ਼ਟ ਹੈ, ਮਹਾਨ ਹੈ। ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ, ਅਪਰ ਸਵਾਦ ਸਭ ਦੇਤ ਨਿਵਾਰ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਸੰਗਤਾਂ ਗੁਰੂ ਕੀਆਂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਖੜੀਆਂ ਹਨ ਤੇ ਸਤਿਗੁਰੂ ਜੀ ਬਚਨ ਕਰ ਰਹੇ, ਕਹਿਣ ਲੱਗੇ ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ, ਅਪਰ ਸਵਾਦ ਦੇਤ ਨਿਵਾਰ। ਕਹਿਣ ਲੱਗੇ ਪ੍ਰੇਮ ਦੇ ਵਿੱਚੋਂ ਜਿਹੜਾ ਸਵਾਦ ਹੈ ਨਾ, ਉਹ ਭਾਵੇਂ 36 ਤਰ੍ਹਾਂ ਦੇ ਦੂਜੇ ਪਾਸੇ ਭੋਜਨ ਬਣੇ ਪਏ ਹੁਣ, ਉਹਨਾਂ ਦੇ ਵਿੱਚੋਂ ਭੋਰਾ ਨਹੀਂ ਆਉਂਦਾ। ਜਿਹੜਾ ਕਿਰਤ ਕਮਾਈ ਕਰਨ ਵਾਲਾ ਜਾਂ ਸ਼ਰਧਾ ਭਾਵਨਾ ਦੇ ਨਾਲ ਬੰਦਗੀ ਕਰਦਾ ਕੋਈ ਜਦੋਂ ਭਾਵਨਾ ਦੇ ਨਾਲ ਕੋਈ ਚੀਜ਼ ਤਿਆਰ ਕਰਦਾ ਹੈ, ਸਾਨੂੰ ਯਾਦ ਕਰਦਾ ਹੈ ਨਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਸੱਚਿਆਂ ਦੇ ਅਸੀਂ ਮਿੱਤਰ ਹਾਂ। ਅਤੇ ਜਦੋਂ ਕੋਈ ਦਿਲੋਂ ਪ੍ਰੇਮ ਕਰਦਾ ਹੈ ਅਤੇ ਉਦੋਂ ਸਾਨੂੰ ਵੀ ਨਹੀਂ ਪਤਾ ਲੱਗਦਾ, ਅਸੀਂ ਖਿੱਚੇ ਹੋਏ ਚਲੇ ਜਾਂਦੇ ਹਾਂ। ਬਚਨ ਕੀਤਾ, ਕਹਿਣ ਲੱਗੇ ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ। ਪ੍ਰੇਮ ਦੇ ਨਾਲ ਕੋਈ ਭੋਜਨ ਤਿਆਰ ਕੀਤਾ ਹੈ ਅਤੇ ਉਹਦੇ 'ਤੇ ਛਕ ਕੇ ਮਨ ਨੂੰ ਤ੍ਰਿਪਤੀ ਆ ਜਾਂਦੀ ਹੈ, ਸੰਤੋਖ ਆ ਜਾਂਦਾ ਹੈ। ਅਪਰ ਸਵਾਦ ਸਭ ਦੇਤ ਨਿਵਾਰ, ਸਾਰੇ ਤਰ੍ਹਾਂ ਦੇ, ਕਿਉਂਕਿ ਉਹ ਸੰਗਤਾਂ, ਉਹ ਜਿਹੜੇ ਅੱਜ ਗੁਰਮੁਖ ਪਿਆਰੇ ਆਏ ਨਾ, ਅੱਜ ਇੱਕ ਤਾਂ 7ਵੇਂ ਪਾਤਸ਼ਾਹ ਜੀ ਵਾਸਤੇ ਇੱਕ ਮਾਤਾ ਕੱਲ੍ਹ ਪ੍ਰਸ਼ਾਦਾ ਲੈ ਕਰਕੇ ਆਏ ਹਨ, ਇੱਕ ਅੱਜ ਆਏ ਹਨ। ਅਤੇ ਅੱਜ ਜਿਹੜੇ ਆਏ ਹਨ ਉਹਨਾਂ ਨੇ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਲਿਆਂਦੇ ਹਨ। ਪਾਤਸ਼ਾਹ ਜੀ ਇੰਨੇ ਤਰ੍ਹਾਂ ਦੇ ਭੋਜਨ ਲੈ ਕਰਕੇ ਆਏ ਆ, ਛਕੋ। ਗੁਰੂ ਕੀ ਸੰਗਤ ਵਿੱਚ ਸਤਿਕਾਰਯੋਗ ਭਾਈ ਰਾਜਨਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਦੇ ਸਪੁੱਤਰ ਪਹੁੰਚੇ ਹਨ। ਸਤਿਕਾਰ, ਧੰਨਵਾਦ। ਗਰੀਬ ਨਿਵਾਜ ਸਤਿਗੁਰੂ ਜੀ ਰਹਿਮਤ ਕਰਨ। ਹੁਣ ਸਤਿਗੁਰੂ ਜੀ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਕਹਿਣ ਲੱਗੇ ਹੇ ਭਾਈ, ਅੱਜ ਤੁਸੀਂ ਬੇਅੰਤ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਲੈ ਕਰਕੇ ਆਏ ਹੋ, ਪਾਤਸ਼ਾਹ ਜੀ ਛਕੋ। ਪਰ ਕਹਿਣ ਲੱਗੇ ਜਿਹੜੇ ਕੱਲ੍ਹ ਉਹ ਮਾਤਾ ਜੀ ਦਾ ਪ੍ਰੇਮ ਸੀਗਾ, ਜਿਹਦੇ ਕਰਕੇ ਅਸੀਂ ਖਿੱਚੇ ਹੋਏ ਆਪ ਚੱਲ ਕਰਕੇ ਆਏ ਸੀਗੇ, ਅਤੇ ਉਹਨਾਂ ਦੀ ਪ੍ਰੀਤ ਦੇ ਅੱਗੇ ਸਾਨੂੰ ਝੁਕਣਾ ਪਿਆ, ਸਾਡਾ ਵੀ ਕੋਈ ਵੱਸ ਨਹੀਂ ਚੱਲਿਆ। ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ, ਅਪਰ ਸਵਾਦ ਦੇਵਤ ਨਿਵਾਰ। ਕਹਿਣ ਲੱਗੇ ਬਾਕੀ ਸਾਰੇ ਸਵਾਦ ਅਸੀਂ ਛੱਡ ਦਿੱਤੇ ਹਨ, ਔਰ ਸਾਨੂੰ ਇਹਨਾਂ ਦੇ ਵਿੱਚੋਂ ਇਤਨਾ ਆਨੰਦ ਨਹੀਂ ਆਏਗਾ ਜਿਤਨਾ ਆਨੰਦ ਕੱਲ੍ਹ ਉਸ ਮਾਤਾ ਦੀ ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਜਿਤਨਾ ਆਨੰਦ ਅਰਦਾਸ ਦੇ ਵਿੱਚ ਹੈ, ਜਾਂ ਉਹ 2 ਪ੍ਰਸ਼ਾਦਿਆਂ ਦੇ ਵਿੱਚੋਂ ਜਿਤਨਾ ਆਨੰਦ ਪ੍ਰਾਪਤ ਹੋਇਆ ਹੈ, ਇਹ 36 ਤਰ੍ਹਾਂ ਦੇ ਪਕਵਾਨਾਂ ਦੇ ਵਿੱਚ ਵੀ ਉਤਨਾ ਆਨੰਦ ਨਹੀਂ ਹੈ। ਔਰ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਧੰਨੇ ਜੱਟ ਨੇ ਤਾਂ ਪਰਮਾਤਮਾ ਨੂੰ ਲੱਸੀ ਤੇ ਮੱਖਣ ਖਵਾ ਕਰਕੇ ਪ੍ਰਸੰਨ ਕਰ ਲਿਆ ਸੀ। ਕਹਿਣ ਲੱਗੇ ਦੇਖੋ ਇਹ ਪਰਮਾਤਮਾ ਦਾ ਸੁਭਾਅ ਹੈ। ਧੰਨਾ ਜੱਟ ਛਾਛ ਤਿਨ ਪਿਆਈ, ਨਾਮਦੇਵ ਕੋ ਦੁੱਧ ਸੋ ਧਾਰ। ਤੇ ਭਗਤ ਨਾਮਦੇਵ ਜੀ ਨੇ ਪਰਮਾਤਮਾ ਨੂੰ ਬੜੇ ਪਿਆਰ ਦੇ ਨਾਲ ਦੁੱਧ ਪੀਓ ਗੋਬਿੰਦੇ ਰਾਏ, ਇਹ ਪਰਮਾਤਮਾ ਜੀ ਦੁੱਧ ਛਕੋ। ਇਹ ਪਰਮਾਤਮਾ ਦੇ ਜਿਹੜੇ ਭਗਤ ਹਨ ਉਹ ਭਾਵਨਾ ਦੇ ਨਾਲ ਪਰਮਾਤਮਾ ਨੂੰ ਖੁਸ਼ ਕਰ ਲੈਂਦੇ ਹਨ, ਔਰ ਉਹਨਾਂ ਦੀ ਸ਼ਰਧਾ ਦਾ ਸਤਿਕਾਰ ਵੀ ਹੁੰਦਾ ਹੈ। ਗੁਰੂ ਪ੍ਰਸੰਨ ਹੁੰਦਾ ਹੈ, ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ। ਔਰ ਅੱਗੇ ਫਿਰ ਸਤਿਗੁਰਾਂ ਨੇ ਬਚਨ ਕੀਤਾ,
ਕਹਿਣ ਲੱਗੇ ਦੁਰਯੋਧਨ ਨੂੰ ਛੱਡ ਕੇ ਤੇ ਕ੍ਰਿਸ਼ਨ ਵਿਦਰ ਦੇ ਘਰ ਦੇ ਵਿੱਚ ਗਿਆ ਸੀਗਾ। ਗੱਲ ਸ਼ਰਧਾ ਦੀ ਹੈ, ਭਾਵਨਾ ਦੀ ਹੈ, ਗੱਲ ਉੱਚੇ ਮਹਿਲਾਂ ਦੀ ਜਾਂ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੀ ਨਹੀਂ ਹੈ। ਜਿਸ ਤਰ੍ਹਾਂ ਆਪਾਂ ਹੁਣੇ ਗੁਰੂ ਨਾਨਕ ਦੇਵ ਜੀ ਦੇ ਬਚਨ ਸਰਵਣ ਕਰ ਰਹੇ ਸੀ, ਉਦੋਂ ਵੀ ਇਹੀ ਗੱਲ ਕਹੀ ਸੀ, ਇਹ ਮਲਕ ਭਾਗੋ ਗੱਲ 36 ਤਰ੍ਹਾਂ ਦੇ ਭੋਜਨਾਂ ਦੀ ਨਹੀਂ ਹੈ, ਗੱਲ ਤਾਂ ਕਿਰਤ ਦੀ ਹੈ ਕਿ ਭਾਈ ਜੀਵਨ ਕਿਸ ਤਰ੍ਹਾਂ ਦਾ ਹੈ ਔਰ ਕਮਾਈ ਕੈਸੀ ਹੈ। ਤੇ ਇੱਥੇ ਵੀ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਭਾਈ ਅਸੀਂ ਤਾਂ ਹਮੇਸ਼ਾ ਭਾਵਨਾ ਵਾਲਿਆਂ 'ਤੇ ਪ੍ਰਸੰਨ ਹੁੰਦੇ ਆ। ਤੇ ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਦੁਰਯੋਧਨ ਨੂੰ ਛੱਡ ਕੇ ਤੇ ਵਿਦਰ ਦੇ ਕੋਲ ਗਿਆ ਸੀਗਾ। ਗੱਲ ਨਿਮਰਤਾ ਦੀ ਹੈ, ਗੱਲ ਭਾਵਨਾ ਦੀ ਹੈ, ਗਰੀਬੀ ਦੀ ਨਹੀਂ। ਉੱਚਾ ਕਿਹੜਾ ਹੈ ਤੇ ਨੀਵਾਂ ਕਿਹੜਾ ਹੈ ਨਹੀਂ। ਜਿਨ੍ਹਾਂ ਦੀ ਜੈਸੀ ਸ਼ਰਧਾ ਹੈ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ। ਪ੍ਰੇਮ ਕਹਾਣੀ ਗੁਰੂ ਬਖਾਨੀ ਸਿੱਖਣ ਮਾਨੀ ਮਹਿਮਾ ਤਾਹੇ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਸੰਗਤਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਹੈ, ਵਿਚਾਰ ਹੈ, ਪਾਤਸ਼ਾਹ ਜੀ ਕੱਲ੍ਹ ਤਾਂ ਇਸੇ ਤਰ੍ਹਾਂ ਪ੍ਰਸ਼ਾਦਾ ਛਕ ਲਿਆ, ਅੱਜ ਅਸੀਂ ਵਾਰ-ਵਾਰ ਬੇਨਤੀ ਕਰ ਰਹੇ ਹਾਂ, ਲੈ ਕੇ ਵੀ ਆਏ ਹਾਂ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਕਿ ਸਤਿਗੁਰੂ ਜੀ ਇਸ ਵੇਲੇ ਜਦੋਂ ਜਾਂਦੇ ਹਨ ਤੇ ਭੁੱਖੇ ਹੁੰਦੇ ਹਨ। ਸਤਿਗੁਰਾਂ ਨੇ ਬਚਨ ਕੀਤਾ, ਕੱਲ੍ਹ ਅਰਦਾਸਾਂ ਇੰਨੀਆਂ ਸੀਗੀਆਂ, ਅਸੀਂ ਪ੍ਰਸ਼ਾਦਾ ਆਪ ਛਕਣ ਵਾਸਤੇ ਆਏ ਸੀ, ਉੱਥੋਂ ਛਕ ਕੇ ਨਹੀਂ ਆਏ। ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਚੱਲੇ ਹਨ, ਮਾਤਾ ਜੀ ਕੋਲ ਆ ਕੇ ਪ੍ਰਸ਼ਾਦਾ ਛਕਿਆ ਹੈ ਗਰੀਬ ਨਿਵਾਜ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਨਹੀਂ ਭਾਈ, ਅੱਜ ਅਸੀਂ ਉਸ ਢੰਗ ਦੇ ਨਾਲ ਪ੍ਰਸ਼ਾਦਾ ਨਹੀਂ ਛਕਾਂਗੇ। ਤੇ ਸਤਿਗੁਰਾਂ ਦਾ ਬਚਨ ਕਹਿਣ ਲੱਗੇ, ਪ੍ਰੇਮ ਕਹਾਣੀ ਗੁਰੂ ਬਖਾਨੇ ਸਿੱਖਣ ਮਾਨੀ ਮਹਿਮਾ ਤਾਹੇ। ਪ੍ਰੇਮ ਦੀ ਜਿਹੜੀ ਗੱਲ ਹੈ ਉਹ ਸਤਿਗੁਰਾਂ ਨੇ ਕੀਤੀ ਹੈ ਤੇ ਸਾਰੀ ਸਿੱਖ ਸੰਗਤ ਜਿਹੜੀ ਹੈ ਉਹਨਾਂ ਨੇ ਸਤਿਗੁਰਾਂ ਦੇ ਬਚਨਾਂ ਦੇ ਅੱਗੇ ਸੀਸ ਝੁਕਾਇਆ ਹੈ। ਤੇ ਸਾਰਿਆਂ ਨੇ ਸਤਿਗੁਰਾਂ ਦਾ ਬਚਨ ਸੁਣਿਆ ਕਿ ਵਾਕਈ ਗਰੀਬ ਨਿਵਾਜ ਸਤਿਗੁਰਾਂ ਦੇ ਨਾਲ ਜਿਨ੍ਹਾਂ ਨੇ ਸਨੇਹ ਕੀਤਾ ਹੈ ਜਾਂ ਭਾਵਨਾ ਦੇ ਨਾਲ ਯਾਦ ਕੀਤਾ ਹੈ, ਪਾਤਸ਼ਾਹ ਜੀ ਉਹਨਾਂ 'ਤੇ ਪ੍ਰਸੰਨ ਹੁੰਦੇ ਹਨ, ਉਹਨਾਂ ਦੇ ਕੋਲ ਆਪ ਚੱਲ ਕੇ ਜਾਂਦੇ ਹਨ। ਔਰ ਸਤਿਗੁਰਾਂ ਦਾ ਐਸਾ ਚਲਤ ਦੇਖ ਕਰਕੇ ਸੁਣ ਸਗਰੇ ਪੱਗ ਪੰਕਜ ਬੰਦੇ ਤੁਮਰੇ ਚਲਤ ਲਖੇ ਨਾ ਜਾਏ। ਹੇ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਤੁਹਾਡੇ ਕੈਸੇ ਚੋਜ ਹਨ, ਕੈਸੇ ਚਲਤ ਹਨ, ਇਹ ਸਾਡੀ ਸਮਝ ਤੋਂ ਪਰੇ ਹਨ। ਹੇ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਆਪ ਜੀ ਦੇ ਖੇਡ ਅਚਰਜ ਹਨ, ਖੇਲ ਆਪ ਕੋ ਅਚਰਜ ਦੀਰਘ। ਪਾਤਸ਼ਾਹ ਜੀ ਸਾਡੀ ਸਮਝ ਦੇ ਵਿੱਚ ਨਹੀਂ ਪੈਂਦੇ। ਕਦੇ ਤਾਂ ਘੋੜੇ 'ਤੇ ਬੈਠ ਕੇ ਸੁੱਕੇ ਪ੍ਰਸ਼ਾਦੇ ਛਕ ਲੈਂਦੇ ਹੋ ਸਧਾਰਨ ਮਾਤਾ ਦੇ ਕੋਲੋਂ, ਤੇ ਕਦੇ ਕਦੇ ਸੇਵਕਾਂ ਦੇ ਇਤਨੇ ਸਵਾਦਿਸ਼ਟ ਇਤਨੇ ਤਰ੍ਹਾਂ ਦੇ ਭੋਜਨ ਵੀ ਛੱਡ ਜਾਂਦੇ ਹੋ। ਗਰੀਬ ਨਿਵਾਜ ਹੈ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਇਹ ਅਚਰਜ ਕੌਤਕ ਹਨ ਔਰ ਸਾਡੀ ਸਮਝ ਤੋਂ ਪਰੇ ਹਨ। ਪਾਤਸ਼ਾਹ ਜੀ ਦੇਖਤ ਸੁਣਤ ਸਗਲ ਵਿਸਮਾਏ, ਦੇਖਣ ਵਾਲੇ ਸੁਣਨ ਵਾਲੇ ਸਾਰੇ ਹੈਰਾਨ ਹਨ। ਸ੍ਰੀ ਨਾਨਕ ਤਜ ਉਤਮ ਜਾਤਨ ਜਾਏ ਬਸੇ ਲਾਲੋ ਘਰ ਮਾਹੇ। ਔਰ ਕਹਿਣ ਲੱਗੇ ਸ਼੍ਰੀ ਨਾਨਕ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਉੱਚਿਆਂ ਨੂੰ, ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ ਮਹਾਨ ਕਹਾਉਣ ਵਾਲਿਆਂ ਨੂੰ ਛੱਡ ਦਿੱਤਾ। ਸ਼੍ਰੀ ਨਾਨਕ ਤਜ ਉੱਤਮ ਜਾਤਨ, ਜਿਹੜੇ ਆਖਦੇ ਸਨ ਕਿ ਸਾਡੀ ਜਾਤ ਬੜੀ ਵੱਡੀ ਹੈ, ਅਸੀਂ ਜਾਤ ਕਰਕੇ ਪਵਿੱਤਰ ਹਾਂ, ਸਾਡੀ ਉੱਚੀ ਕੁਲ ਦੇ ਵਿੱਚ। ਗੁਰੂ ਨਾਨਕ ਦੇਵ ਜੀ ਉਹਨਾਂ ਦੇ ਮਿੱਤਰ ਨਹੀਂ ਬਣੇ, ਉਹਨਾਂ ਨੂੰ ਛੱਡ ਦਿੱਤਾ ਤੇ ਕਹਿਣ ਲੱਗੇ ਕਿ ਜਾਏ ਬਸੇ ਲਾਲੋ ਘਰ ਮਾਹੇ। ਤੇ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਜਾ ਕੇ ਰਹਿੰਦੇ ਸਨ, ਜਿਨ੍ਹਾਂ ਦਾ ਕਿਹਾ ਜਾਂਦਾ ਸੀ ਜੇ ਪਰਛਾਵਾਂ ਵੀ ਪੈ ਗਿਆ ਤੇ ਕਰਮ ਧਰਮ ਨਸ਼ਟ ਹੋ ਜਾਂਦੇ ਹਨ, ਕਿਉਂਕਿ ਜਾਤ ਨੀਵੀਂ ਹੈ ਨਾ, ਕੰਮ ਨੀਵੇਂ ਹਨ ਤੇ ਉੱਚੀ ਕੁਲ ਨਹੀਂ ਹੈ। ਤੇ ਜਿਨ੍ਹਾਂ ਨੂੰ ਨੀਵੇਂ ਕਹਿ ਕੇ ਧਾਰਮਿਕ ਲੋਕਾਂ ਨੇ, ਦੂਜੇ ਧਰਮਾਂ ਵਾਲੇ ਨੇ ਛੱਡਿਆ ਹੋਇਆ ਸੀਗਾ, ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਦੇ ਵਿੱਚ ਜਾ ਕੇ ਰਹਿੰਦੇ ਸਨ, ਬੜੇ ਖੁਸ਼ ਹੁੰਦੇ ਸਨ, ਪ੍ਰਸੰਨ ਹੁੰਦੇ ਸਨ। ਉਸੇ ਤਰ੍ਹਾਂ ਦਾ ਸੁਭਾਅ ਹੇ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਤੁਹਾਡਾ ਹੈ। ਔਰ ਸਾਰੀ ਸੰਗਤ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਝੁਕੀ ਹੈ
ਔਰ ਕਹਿਣ ਲੱਗੇ ਪਗੇ ਪ੍ਰੇਮ ਰਸ ਗੁਰ ਕੇ ਸੋਏ, ਔਰ ਜਾਣਿਆ ਹੈ ਸਤਿਗੁਰੂ ਜੀ ਪ੍ਰੇਮ ਦੇ ਬੱਧੇ ਹੋਏ ਹਨ। ਪ੍ਰੇਮ ਭਗਤ ਕਰ ਜੋਰਤ ਜਾਗਤ, ਕਿਰਪਾ ਕਰੋ ਸ਼ੁਭ ਮਗਦੇ ਜੋਏ। ਔਰ ਕਹਿਣ ਲੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਕਹਿਣ ਲੱਗੇ ਪਾਤਸ਼ਾਹ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਵੀ ਸਮੱਤ ਆਵੇ ਔਰ ਅਸੀਂ ਵੀ ਇਤਨੀ ਨਿਮਰਤਾ ਧਾਰਨ ਕਰਕੇ, ਇਹੋ ਜਿਹਾ ਜੀਵਨ ਧਾਰਨ ਕਰਕੇ, ਇਤਨੀ ਸ਼ਰਧਾ ਧਾਰਦੇ ਹੋਏ ਤੁਹਾਡੇ ਪ੍ਰੇਮੀ ਬਣੀਏ, ਤੁਹਾਡੇ ਚਰਨਾਂ ਦੇ ਨਾਲ ਜੁੜੀਏ। ਜਿਸ ਤਰ੍ਹਾਂ ਉਸ ਮਾਤਾ ਨੂੰ ਪ੍ਰੇਮ ਬਖਸ਼ਿਆ ਔਰ ਉਹਦੀ ਅਰਦਾਸ ਸੁਣ ਕੇ ਆਇਓ ਨਾ, ਇਹੋ ਜਿਹਾ ਪ੍ਰੇਮ ਹੈ ਪਾਤਸ਼ਾਹ ਜੀ, ਇਹੋ ਜਿਹੀ ਕਿਰਪਾ ਸਾਡੀ ਝੋਲੀ ਦੇ ਵਿੱਚ ਵੀ ਪਾ ਦਿਓ, ਤਾਂ ਕਿ ਅਸੀਂ ਵੀ ਤੁਹਾਡੇ ਇਤਨੇ ਪਿਆਰੇ ਸੇਵਕ ਬਣ ਜਾਈਏ ਜੀ। ਹਲਕ ਪਲਕ ਅਵਲੰਬ ਆਪਕੇ, ਰੱਖੋ ਸਦਾ ਸਹਾਇਕ ਹੋਏ। ਔਰ ਜਿਹੜੇ ਫਿਰ ਤੁਹਾਡੇ ਇਸ ਤਰ੍ਹਾਂ ਦੇ ਪ੍ਰੇਮੀ ਬਣ ਜਾਂਦੇ ਹਨ, ਕਹਿਣ ਲੱਗੇ ਗਰੀਬਾਂ ਨਿਵਾਜ ਪਾਤਸ਼ਾਹ ਜੀ, ਉਹਨਾਂ ਦੀ ਫਿਰ ਤੁਸੀਂ ਲੋਕ ਪਰਲੋਕ ਦੇ ਵਿੱਚ ਸਹਾਇਤਾ ਕਰਦੇ ਹੋ, ਹਰ ਜਗ੍ਹਾ 'ਤੇ ਰੱਖਿਆ ਕਰਦੇ ਹੋ, ਹਰ ਥਾਂ 'ਤੇ ਉਹਨਾਂ ਦੇ ਸਹਾਇਕ ਬਣਦੇ ਹੋ। ਇਸ ਕਰਕੇ ਹੇ ਪਾਤਸ਼ਾਹ ਗਰੀਬਾਂ ਨਿਵਾਜ ਤੁਸੀਂ ਧੰਨ ਹੋ, ਔਰ ਤੁਹਾਨੂੰ ਪ੍ਰੇਮ ਕਰਨ ਵਾਲੇ ਗੁਰਮੁਖ ਪਿਆਰੇ ਵੀ ਧੰਨ ਹਨ, ਜਿਹੜੇ ਤੁਹਾਨੂੰ ਦਿਲੋਂ ਯਾਦ ਕਰਦੇ ਹਨ ਔਰ ਉਹਨਾਂ ਦੀ ਅਰਦਾਸ ਸੁਣ ਕੇ ਤੁਸੀਂ ਪਹੁੰਚਦੇ ਹੋ ਔਰ ਸੁੱਕੇ ਜਿਹੇ ਪ੍ਰਸ਼ਾਦਿਆਂ 'ਤੇ ਖੁਸ਼ ਹੋ ਕਰਕੇ ਉਹਨਾਂ ਨੂੰ ਲੋਕ ਪਰਲੋਕ ਦੇ ਸੁੱਖ ਦਿੰਦੇ ਹੋ ਔਰ ਪਾਤਸ਼ਾਹ ਜੀ ਉਹਨਾਂ ਦਾ ਜੀਵਨ ਮੁਕਤ ਹੋ ਜਾਂਦਾ ਹੈ। ਹੇ ਪਾਤਸ਼ਾਹ ਤੁਹਾਡੇ ਕੌਤਕ ਅਚਰਜ ਹਨ ਔਰ ਇਹ ਦੇਖ ਕੇ ਅਸੀਂ ਹੈਰਾਨ ਹਾਂ। ਹੇ ਪਾਤਸ਼ਾਹ ਜੀ ਤੁਹਾਡੀ ਜਿਹੜੀ ਮਹਿਮਾ ਹੈ ਉਹ ਤੁਹਾਨੂੰ ਹੀ ਬਣ ਆਉਂਦੀ ਹੈ। ਘਟ ਸ਼ਮਸ਼ੇਰ ਮੁਸ਼ਟ ਜਿਸ ਹਟ ਹਾਟਕ, ਰੇਸ਼ਮ ਜਰੀ ਗਾਤਰਾ ਪਾਏ। ਔਰ ਕਹਿਣ ਲੱਗੇ ਕਿ ਹੁਣ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਸਤਿਗੁਰੂ ਜੀ ਪੁੰਨ ਅਗਲੋ ਦਿਨ ਸਤਿਗੁਰ ਪੂਰਨ ਬਸਤਰ ਸ਼ਸਤਰ ਨਿਜ ਦੇਹ ਸਜਾਏ। ਅਗਲਾ ਦਿਨ ਚੜਿਆ ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਅੱਜ ਆਪਣੇ ਸਰੀਰ ਤੇ ਸ਼ਸਤਰ ਬਸਤਰ ਧਾਰਨ ਕਰ ਲੈ। ਪੁੰਨ ਅਗਲੇ ਦਿਨ ਸਤਿਗੁਰੂ ਪੂਰਨ ਸ਼ਸਤਰ ਬਸਤਰ ਸ਼ਸਤਰ ਨਿਜ ਦੇਹ ਸਜਾਏ। ਅੱਜ ਬੜੀ ਛੇਤੀ ਤੇ ਬੜੇ ਸੋਹਣੇ ਢੰਗ ਦੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਸਤਰ ਔਰ ਉੱਪਰ ਤਿੱਖੇ ਸੋਹਣੇ ਸ਼ਸਤਰ ਸਜਾਏ ਹਨ। ਔਰ ਸੋਹਣੇ ਬਸਤਰ ਤੇ ਉਹਨਾਂ ਦੇ ਵਿੱਚ ਸੋਨਾ ਜੜਿਆ ਹੋਇਆ ਹੈ ਕਲਗੀ ਦੇ ਵਿੱਚ, ਔਰ ਸ਼ਸਤਰਾਂ ਦੇ ਉੱਪਰ ਕਈ ਤਰ੍ਹਾਂ ਦਾ। ਕਹਿਣ ਲੱਗੇ ਕਿ ਗਰੀਬ ਨਿਵਾਜ ਪਾਤਸ਼ਾਹ ਜੀ ਅੰਗ ਵਿਉਖਨ ਭੂਖਨ ਸੁੰਦਰ, ਕਮਲ ਪੱਤਰ ਲੋਚਨ ਵਿਕਸਾਏ। ਔਰ ਕਮਲ ਦੇ ਪੰਖੀਆਂ ਵਰਗੇ ਨੇਤਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਗਰੀਬ ਨਿਵਾਜ ਪਾਤਸ਼ਾਹ ਜੀ ਬੜੇ ਸੋਹਣੇ ਸ਼ਸਤਰ ਬਸਤਰ ਪਹਿਨ ਕੇ ਬੜੇ ਸ਼ੁਭ ਰਹੇ ਹਨ। ਤੇ ਸਤਿਗੁਰਾਂ ਨੇ ਤਿਆਰ ਬਰ ਤਿਆਰ ਹੋਣ ਤੋਂ ਬਾਅਦ ਇੱਕ ਸਖਤ ਜਿਹੜਾ ਧਨੁੱਖ ਹੈ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਅੱਜ ਆਪਣੇ ਮੋਢੇ ਤੇ ਧਾਰਨ ਕਰ ਲਿਆ ਹੈ। ਔਰ ਕੁਝ ਕੋ ਬੜੇ ਤਿੱਖੇ ਤੇ ਬੜੇ ਸੁੰਦਰ ਸੋਹਣੇ ਜਿਹੜੇ ਤੀਰ ਹੈ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਕੁਝ ਇਕੱਠੇ ਕੀਤੇ, ਉਹਨਾਂ ਨੂੰ ਪੱਥੇ ਦੇ ਵਿੱਚ ਰੱਖਿਆ ਹੈ। ਔਰ ਇੱਕ ਸ਼ਮਸ਼ੀਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਹੱਥ ਦੇ ਵਿੱਚ ਪਕੜੀ ਹੈ ਤੇ ਰੇਸ਼ਮੀ ਜਿਹੜਾ ਗਾਤਰਾ ਹੈ ਉਹ ਗਲੇ ਦੇ ਵਿੱਚ ਸਰੀਰ ਤੇ ਧਾਰਨ ਕਰ ਲਿਆ ਹੈ। ਔਰ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋਏ ਹਨ। ਔਰ ਆਗਿਆ ਕੀਤੀ ਹੈ ਤੇ ਗੁਰੂ ਕੀ ਆਗਿਆ ਦੇ ਵਿੱਚ ਸੇਵਕਾਂ ਨੇ ਇੱਕ ਬੜਾ ਚੰਚਲ ਤੇ ਸੋਹਣਾ ਘੋੜਾ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਹਾਜ਼ਰ ਕੀਤਾ ਹੈ। ਔਰ ਉਹ ਜਿਹੜਾ ਘੋੜਾ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਜਿਹਦੇ ਤੇ ਸਵਾਰੀ ਕਰਦੇ ਹਨ, ਬੜੀ ਬੇਸ਼ੁਮਾਰ ਕੀਮਤੀ ਉੱਪਰ ਕਾਠੀ ਪਾਈ ਹੋਈ ਹੈ ਔਰ ਜਿਹਦੇ ਵਿੱਚ ਬੜੇ ਕੀਮਤੀ ਮੋਤੀ ਹੀਰੇ ਲਾਲ ਜੜੇ ਹੋਏ ਹਨ ਔਰ ਕਈਆਂ ਥਾਵਾਂ 'ਤੇ ਸੋਨਾ ਵੀ ਲੱਗਿਆ ਹੋਇਆ ਹੈ।
ਬਹੁਤ ਸੁੰਦਰ ਘੋੜੇ ਦੀ ਕਾਠੀ ਦੇ ਉੱਪਰ ਅਨੇਕਾਂ ਕੀਮਤੀ ਚੀਜ਼ਾਂ ਲੱਗੀਆਂ ਹੋਈਆਂ ਹਨ ਤੇ ਗਲੇ ਦੇ ਵਿੱਚ ਵੀ ਕੁਝ ਸੋਨੇ ਦੀਆਂ ਚੀਜ਼ਾਂ ਪਾਈਆਂ ਹੋਈਆਂ ਹਨ ਤੇ ਐਸਾ ਸਜਾ ਕਰਕੇ ਘੋੜਾ ਲਿਆਂਦਾ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਵਾਸਤੇ। ਭਏ ਅਰੂੜ ਗੜ ਗਲ ਜਿਨ ਕੇ ਗਹੀ ਬਾਗ ਗਮਨੇ ਅਗਵਾਏ। ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਉਸ ਘੋੜੇ ਤੇ ਸਵਾਰ ਹੋਏ। ਨਿਤ ਦੀ ਤਰ੍ਹਾਂ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਗਰੀਬ ਨਿਵਾਜ ਪਾਤਸ਼ਾਹ ਜੀ ਕਈ ਢੰਗਾਂ ਦੇ ਨਾਲ ਸੰਗਤਾਂ ਨੂੰ ਤਾਰਦੇ ਹਨ। ਰੋਜ਼ਾਨਾ ਕਈ ਤਰ੍ਹਾਂ ਦੇ ਚੋਜ ਹੁੰਦੇ ਹਨ ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਇੱਥੋਂ ਫਿਰ ਚੱਲੇ ਹਨ। ਸ਼ਬਦ ਤੇਜ ਅਸਕੀਨਸ ਪਦ ਲਗਤਾ ਤੇ ਕਦਿਤ ਵਿਸਾਲ। ਤੇ ਕਹਿਣ ਲੱਗੇ ਕਿ ਹੁਣ ਕਹਿ ਪਦ ਸ਼ਬਦ ਤੇਜ ਅਸਕੀਨਸ ਪਦ ਲਗਤਾ ਤੇ ਕਾਦਤ ਵਿਸਾਲ। ਹੌਲੀ ਹੌਲੀ ਕਦਮ ਪੁੱਟਦਾ ਹੈ ਘੋੜਾ। ਗਰੀਬ ਨਿਵਾਜ ਪਾਤਸ਼ਾਹ ਜੀ ਉੱਪਰ ਸਵਾਰ ਹੋਏ ਹਨ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਚੱਲੇ ਹਨ। ਜਨ ਕਨ ਸੁਨ ਸੁਨ ਮਨ ਗਨ ਮੁਦ ਕਰ ਗਰੀਬ ਮੋਰ ਕਰ ਮੋਰ ਉਤਾਲ। ਔਰ ਘੋੜਾ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਤੇ ਸਵਾਰ ਹੋਏ ਹਨ। ਕਵੀ ਜੀ ਲਿਖਦੇ ਹਨ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਦੇ ਵਿੱਚ ਬੱਦਲਾਂ ਨੂੰ ਦੇਖ ਕਰਕੇ ਮੋਰ ਟਹਿਕਦੇ ਹਨ, ਪਹਿਲਾਂ ਪਾਉਂਦੇ ਹਨ ਤੇ ਧੌਣ ਘਮਾਉਂਦੇ ਹਨ ਬੜੀ ਚੰਚਲਤਾ ਦੇ ਨਾਲ। ਇਸੇ ਤਰ੍ਹਾਂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਇਹ ਤੇਜ ਘੋੜਾ ਸਤਿਗੁਰੂ ਜੀ ਸਵਾਰ ਹੋਏ ਹਨ ਤੇ ਧੌਣ ਮੋਰ ਦੀ ਧੌਣ ਵਾਂਗ ਕਦੇ ਇੱਧਰ ਘਮਾਉਂਦਾ ਹੈ ਕਦੇ ਇੱਧਰ ਘਮਾਉਂਦਾ ਹੈ। ਛੋਟੀਆਂ ਛੋਟੀਆਂ ਪਲਾਂਘਾਂ ਪੁੱਟਦਾ ਹੋਇਆ ਜਾ ਰਿਹਾ ਹੈ। ਨਾਚਤ ਜਾਤ ਸ਼ੁਭਤ ਅਤ ਸ਼ੋਭਾ ਕਰ ਕੰਚਨ ਚੌਂਕੀ ਇਸ ਢਾਲ। ਔਰ ਜਿਸ ਤਰ੍ਹਾਂ ਮੋਰ ਨੱਚ ਰਿਹਾ ਹੋਵੇ ਹੌਲੀ ਹੌਲੀ ਕਈ ਤਰ੍ਹਾਂ ਦੀਆਂ ਚਾਲਾਂ ਚੱਲਦਾ ਹੈ ਘੋੜਾ, ਬੜਾ ਚੰਚਲ ਬੜਾ ਸੁੰਦਰ ਹੈ ਜਿਹੜਾ ਗੁਰੂ ਕੇ ਸੇਵਕਾਂ ਨੇ ਹਾਜ਼ਰ ਕੀਤਾ ਜਿਸ ਉੱਪਰ ਪਾਤਸ਼ਾਹ ਜੀ ਸਵਾਰ ਹੋਏ ਹਨ। ਮਨੋ ਚੰਚਲਤਾ ਹਰਕਨ ਤੇ ਥਿਰ ਲਬਦ ਰਹੀ ਇੱਕ ਖਲ ਹਿਤ ਨਾਲ। ਔਰ ਜਿਸ ਤਰ੍ਹਾਂ ਆਕਾਸ਼ ਦੀ ਬਿਜਲੀ ਇਕੱਠੀ ਕਰ ਇੱਕ ਜਗ੍ਹਾ ਤੇ ਕਰ ਦਿੱਤੀ ਹੋਵੇ, ਜਿੰਨੀ ਚੰਚਲਤਾ ਹੈ ਓਨੀ ਚੰਚਲਤਾ ਘੋੜੇ ਦੇ ਵਿੱਚ ਸਮਾਈ ਹੋਈ ਹੈ। ਬੜਾ ਤੇਜ਼ ਤੇ ਬੜਾ ਚੰਚਲ ਘੋੜਾ ਜਿਸ ਉੱਪਰ ਗਰੀਬ ਨਿਵਾਜ ਪਾਤਸ਼ਾਹ ਜੀ ਜਾ ਰਹੇ ਸਨ। ਕਾਨਨ ਗਮਨੇ ਹਿਤ ਅਖੇਰ ਕੇ ਸਕਲ ਬਾਹਨੀ ਸ਼ਸਤਰ ਸਜਾਏ। ਤੇ ਸਤਿਗੁਰੂ ਜੀ ਚੱਲਦੇ ਹੋਏ ਸੰਘਣੇ ਜੰਗਲ ਵਾਲੇ ਪਾਸੇ ਪਹੁੰਚੇ ਤੇ ਕੁਝ ਸਾਥੀ ਤੇ ਕੁਝ ਸੈਨਾ ਤਿਆਰ ਬਰ ਤਿਆਰ ਸ਼ਸਤਰਬੱਧ ਹੋ ਕਰਕੇ ਪਾਤਸ਼ਾਹ ਜੀ ਦੇ ਨਾਲ ਨਾਲ ਜਾ ਰਹੀ ਹੈ। ਚੜੇ ਤੁਰੰਗ ਤੁਰੰਗਨ ਸਮਸੇ ਬ੍ਰਿੰਦ ਪਏ ਪਛਾਤ ਤਵਾਏ। ਤੇ ਸਾਰੇ ਆਪੋ ਆਪਣੇ ਸਵਾਰੀਆਂ ਤੇ ਚੜੇ ਹੋਏ ਹਨ, ਤਿਆਰ ਬਰ ਤਿਆਰ ਹਨ। ਜੰਗਲ ਦੇ ਵਿੱਚ ਕਦੋਂ ਵੀ ਕੋਈ ਖਤਰਨਾਕ ਪਸ਼ੂ ਹਮਲਾ ਕਰ ਸਕਦਾ ਹੈ। ਔਰ ਸਾਰੇ ਗੁਰੂ ਕੇ ਪਿਆਰੇ ਅੱਗੇ ਅੱਗੇ ਪਾਤਸ਼ਾਹ ਜੀ ਜਾ ਰਹੇ ਹਨ ਤੇ ਪਿੱਛੇ ਪਿੱਛੇ ਗੁਰੂ ਕੇ ਸੂਰਮੇ ਤਿਆਰ ਯੋਧੇ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਚੱਲ ਰਹੇ ਹਨ। ਅਗਨ ਬ੍ਰਿਸ਼ਨ ਮਹਿ ਸੈਲ ਸਮੀਪੈ ਨਿਕਸੈ ਬਨ ਪਛ ਲੇਤ ਗਹਾਏ। ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਅੱਜ ਚੱਲਦੇ ਚੱਲਦੇ ਅਗਾਂਹ ਪਹਾੜਾਂ ਵਾਲੇ ਪਾਸੇ ਸੰਘਣੇ ਥਾਂ ਤੇ ਪਹੁੰਚ ਗਏ ਹਨ। ਸਾਰੇ ਸੇਵਕ ਹੈਰਾਨ ਹਨ। ਅੱਜ ਗਰੀਬ ਨਿਵਾਜ ਸਤਿਗੁਰੂ ਜੀ ਬਿਲਕੁਲ ਸਿੱਧਾ ਕਿਸੇ ਖਾਸ ਮਕਸਦ ਵਾਸਤੇ ਜਾ ਰਹੇ ਹਨ। ਪਿੱਛੇ ਪਿੱਛੇ ਬੇਅੰਤ ਗੁਰੂ ਕੇ ਪਿਆਰੇ ਪਹੁੰਚੇ ਔਰ ਸਤਿਗੁਰੂ ਜੀ ਪਹਾੜਾਂ ਦੇ ਕੋਲ ਇੱਕ ਸੰਘਣੀ ਥਾਂ ਤੇ ਜਾ ਕਰਕੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਰੁਕੇ ਹਨ। ਇਤ ਉਤ ਵਿਚਰਤ ਚਿਤ ਕਿਤ ਦੇਖਤ ਸ਼ੂਕਰ ਸਸੇ ਰੋਜ਼ ਗਨ ਧਾਏ। ਔਰ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਨੇ ਇੱਧਰ ਉੱਧਰ ਜਾ ਕਰਕੇ ਪਹਿਲਾਂ ਕੁਝ ਸਮਾਂ ਕੁਝ ਜਿਹੜੇ ਜੰਗਲ ਦੇ ਵਿੱਚੋਂ ਕੁਝ ਜਾਨਵਰ ਉਹਨਾਂ ਨੂੰ ਪਕੜਿਆ ਹੈ, ਉਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਹੈ। ਨਿਕਟ ਨਿਕਟ ਪਰਬਤ ਕੇ ਗਮਨਤ ਖਗ ਮ੍ਰਿਗ ਤਰਾਸਤ ਜਾਤ ਪਲਾਏ। ਔਰ ਇਸੇ ਤਰ੍ਹਾਂ ਫਿਰ ਪਹਾੜਾਂ ਦੇ ਕੋਲ ਦੀ ਗਰੀਬ ਨਿਵਾਜ ਪਾਤਸ਼ਾਹ ਜੀ ਅੱਗੇ ਤਾਂ ਜਲਦੀ ਮੁੜ ਪੈਂਦੇ ਹਨ। ਅੱਜ ਸਤਿਗੁਰੂ ਜੀ ਬਹੁਤ ਅੱਗੇ ਤੱਕ ਗਏ ਹਨ। ਚਲੇ ਪਛਾਤ ਬ੍ਰਿੰਦ ਸ਼ਬ ਆਗੇ ਸਰਪ ਚਲਿਓ ਇਕ ਆਏ। ਤੇ ਜਦੋਂ ਸੈਨਾ ਸਾਰੀ ਜਾ ਰਹੀ ਹੈ ਤੇ ਇੱਕ ਥਾਂ ਤੇ ਜਾ ਕਰਕੇ ਸਾਰੇ ਰੁਕ ਗਏ ਤੇ ਡਰ ਗਏ। ਕੀ ਦੇਖਿਆ ਹੈ? ਕਹਿਣ ਲੱਗੇ ਕਿ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨਾਲ ਹਨ
ਚਮੂ ਚਲੇ ਪਛਾਤ ਬ੍ਰਿੰਦ ਸਭ ਆਗੈ ਸਰਪ ਚਲਿਓ ਇੱਕ ਆਏ। ਇੱਕ ਸੱਪ ਚੱਲਦਾ ਹੋਇਆ ਅੱਗੇ ਆ ਕਰਕੇ ਬਹੁਤ ਵੱਡਾ ਰੁਕ ਗਿਆ ਹੈ। ਅਜਗਰ ਸੰਗਿਆ ਕਹੈ ਲੋਕ ਜਿਸ ਬਹੁ ਕਪੀਲ ਕਾ ਕਾਟਤ ਖਾਏ। ਔਰ ਇਸ ਸੱਪ ਨੂੰ ਅਜਗਰ ਸੱਪ ਕਿਹਾ ਜਾਂਦਾ ਹੈ। ਕਹਿਣ ਲੱਗੇ ਬਹੁਤ ਵੱਡਾ ਸਰੀਰ ਹੋਣ ਕਰਕੇ ਲੋਕ ਇਸ ਨੂੰ ਅਜਗਰ ਦਾ ਨਾਮ ਲੈਂਦੇ ਹਨ। ਤੇ ਅਜਗਰ ਸੰਗਿਆ ਕਹੈ ਲੋਕ ਜਿਸ ਬਹੁ ਪਪੀਲ ਕਾ ਕਾਟਤ ਖਾਏ। ਤੇ ਜਦੋਂ ਸਿੱਖਾਂ ਨੇ ਕੋਲ ਹੋ ਕਰਕੇ ਦੇਖਿਆ, ਇੱਕ ਵਾਰੀ ਤਾਂ ਤਬਕ ਕੇ ਡਰ ਗਏ, ਪਰ ਜਦੋਂ ਕੋਲ ਹੋਏ ਤੇ ਬਹੁਤ ਸਾਰੀਆਂ ਕੀੜੀਆਂ ਇਹਨੂੰ ਚਿੰਬੜੀਆਂ ਹੋਈਆਂ ਹਨ, ਸੱਪ ਦੇ ਮਾਸ ਨੂੰ ਖਾ ਰਹੀਆਂ ਹਨ। ਪਟਕਤ ਪੁੰਛ ਸੋ ਪਟਕਤ ਫਨ ਕੋ ਤੜਫਤ ਲਟਤ ਬਿਕਲ ਅਕਲਾਏ। ਤੇ ਸਿੱਖ ਹੈਰਾਨ ਰਹਿ ਗਿਆ ਕਿ ਇਤਨਾ ਖਤਰਨਾਕ ਤੇ ਵੱਡਾ ਸੱਪ ਹੈ, ਪਰ ਕੀੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੱਛੇ ਨਾਲ ਚਿੰਬੜੀਆਂ ਹੋਈਆਂ ਹਨ। ਤੇ ਇਹ ਸੱਪ ਪਿੱਛੋਂ ਪੂਛ ਚੁੱਕ ਚੁੱਕ ਕੇ ਧਰਤੀ ਨੂੰ ਮਾਰਦਾ ਹੈ ਤੇ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਪਟਕਤ ਪੁੰਛ ਸੋ ਫਰਕਤ ਫਨ ਕੋ, ਕਦੇ ਫਿਰ ਫਨ ਚੁੱਕ ਕੇ ਤਾਨ ਹੁੰਦਾ ਹੈ ਤੇ ਫਿਰ ਥੱਲੇ ਡਿੱਗ ਜਾਂਦਾ ਹੈ ਤੇ ਫੂਕਾ ਮਾਰ ਰਿਹਾ ਹੈ। ਕਹਿਣ ਲੱਗੇ ਸੋ ਫਟਕਤ ਫਨ ਕੋ ਤੜਫਤ ਲਿਟਤ ਬਿਕਲ ਅਕੁਲਾਏ। ਤੇ ਕਦੇ ਧਰਤੀ ਤੇ ਲਿਟਦਾ ਹੈ, ਇੱਧਰ ਉੱਧਰ ਜਾਂਦਾ ਹੈ, ਤੜਫ ਰਿਹਾ ਹੈ ਉਹ ਸੱਪ। ਸਿੱਖਾਂ ਨੇ ਦੇਖਿਆ ਹੈ। ਔਰ ਕਹਿਣ ਲੱਗੇ ਉਸ ਸੱਪ ਦਾ ਜਿਹੜਾ ਤਨ ਹੈ ਉਹ ਬੜਾ ਮੋਟਾ ਹੈ। ਵੱਡੋ ਅਲੰਬ ਔਰ ਮੋਟੋ ਤਨ ਕੋ ਪ੍ਰਾਪਤ ਜਿਸ ਕੋ ਕਸ਼ਟ ਵਿਸਾਲ। ਤੇ ਕਹਿਣ ਲੱਗੇ ਕਿ ਬਹੁਤ ਜ਼ਿਆਦਾ ਇਹਨੂੰ ਕਸ਼ਟ ਪ੍ਰਾਪਤ ਹੋ ਰਿਹਾ ਹੈ, ਤੜਫ ਰਿਹਾ ਹੈ। ਹਜ਼ਾਰਾਂ ਜਿਹੜੀਆਂ ਕੀੜੀਆਂ ਇਹਦੇ ਸਰੀਰ ਨੂੰ ਲੱਗੀਆਂ ਹੋਈਆਂ ਹਨ, ਇਹ ਸੱਪ ਤੜਫ ਰਿਹਾ ਹੈ। ਸੇਵਕਾਂ ਨੇ ਦੇਖਿਆ, ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਨਜ਼ਰੀ ਪਿਆ। ਸਾਰੇ ਸਿੱਖ ਸੇਵਕ ਉੱਥੇ ਰੁਕ ਗਏ ਹਨ। ਸਮਾਂ ਸਮਾਪਤ ਹੈ, ਸਮਾਂ ਉੱਪਰ ਹੋ ਗਿਆ, ਮੁਆਫੀ ਚਾਹੁੰਦੇ ਹਾਂ। ਅਗਲੇਰਾ ਜਿਹੜਾ ਇਤਿਹਾਸ ਹੈ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦਾ ਥੋੜ੍ਹਾ ਜਿਹਾ, ਕਿਉਂਕਿ ਪਿੱਛੇ 6 ਵਜੇ ਤੱਕ ਹਾਜ਼ਰੀ ਭਰਦੇ ਰਹੇ ਹਾਂ ਤੇ ਉਸ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਭੁਲੇਖਾ ਲੱਗਿਆ, ਮੁਆਫੀ ਚਾਹੁੰਦੇ ਹਾਂ। ਆਓ ਕੁਝ ਕੁ ਸਮੇਂ ਵਾਸਤੇ, ਥੋੜ੍ਹੇ ਕੁ ਸਮੇਂ ਵਾਸਤੇ ਸਿਮਰਨ ਦੇ ਵਿੱਚ ਸਾਰੀ ਸੰਗਤ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ
ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।